सतनाम वाहिगुरु साहिब जीओ। एक ओंकार वाहिगुरु जी की फतेह। पातशाही दसवीं कबियो बाच बेनती चौपई। हमरी करो हाथ दे रक्षा, पूरन होए चित्त की इच्छा। तब चरणन मन रहे हमारा, अपना जान करो प्रतिपारा। हमरे दुष्ट सब तुम काबो, आप हाथ दे मोहे बचावो। सुखी बसै मोरो परिवारा, सेवक सिख सब करतारा। सुखी बसै मोरो परिवारा, सेवक सिख सब करतारा। वाहिगुरु जी का खालसा, वाहिगुरु जी की फतेह। गरीब नवाज सतगुरु सच्चे पातशाह, दीन दुनिया दे मालक श्री गुरु ग्रंथ साहिब महाराज सच्चे पातशाह जी दे पावन पवित्र चरना अंदर शोभायमान गुरु रूप साध संगत जीओ। आप जी वड भागे हो, अकाल पुरख वाहिगुरु वालों मिले अमोलक मनुखी जामे नूं गुरु दरबार विच हाज़री भर के सफल कर रहे हो। चल रही लड़ीवार गुरु शब्द विचार अधीन जो पावन पवित्र बाणी आप जी ने सरवण कीती है, ये बाणी कलगीधर पातशाह सतगुरु गुरु गोबिंद सिंह महाराज जी ने उच्चारण कीते और पंजा प्यारियां वालों जो नितनेम सिख नूं बख्शिश कीता है, उस अंदर ये बाणी चौथे नंबर ते शोभायमान और पढ़नी अत जरूरी है। इस सारी बाणी दे बारे कल जो आपां विचार कीती सी कि इस बाणी विच अरदास ते जोर दिता गया। अकाल पुरख नूं बेनती कीती है, मेरी रखिया कर, मेरी सहायता कर, मैनू अपना समझ के बचा लै, मेरी पालना करो। नाल नाल ये भी कहा कि जेड़े मेरे दुष्ट ने, मेरे दुश्मन ने, जिन्हां ते मैं आप खुद कला फतेह नहीं पा सकदा, तू उन्हां नूं मार दे, उन्हां नूं खत्म कर दे। हुण ये एक दो तरह का बल आपां विचारिया सी। एक निज बल दिता गुरु साहब ने जो साडे शरीर विच, साडे मन विच है। एक है अकाल दा बल, अकाल दी शक्ति, रब दी ताकत। ते कल दा विषा जो आपां विचारिया सी, अकाल पुरख दी शक्ति उन्हां नूं मिली, गुरु दी किरपा उन्हां नूं प्राप्त होई जिहड़े उहदे चरनां ते डिग पए, समर्पित हो गए, अपना आप उहदे हथ विच दे दिता। रखे मारे बचा लें छड्ड दें।
ਜ਼ਿੰਮੇਵਾਰੀ ਤੇਰੀ ਹੈ। ਹੁਣ ਸਾਡੇ ਜੀਵਨ ਦੀ ਜ਼ਿੰਮੇਵਾਰੀ ਸਾਡੀ ਨਹੀਂ, ਬਸ ਸਾਡੀ ਜਿਹੜੀ ਜ਼ਿੰਮੇਵਾਰੀ ਸੀ ਉਹ ਇੱਕ ਬੜੀ ਵੱਡੀ ਸੀ। ਇੱਥੇ ਮੈਂ ਇਹ ਵੀ ਬੇਨਤੀ ਕਰਾਂ ਵੀ ਇਹਦੇ ਅਰਥ ਇਹ ਨਾ ਸਮਝਣਾ ਵੀ ਸਿੱਖ ਦੀ ਕੋਈ ਜ਼ਿੰਮੇਵਾਰੀ ਨਹੀਂ। ਸਿੱਖ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਉਹ ਆਰੰਭ ਵਿੱਚ ਸ਼ੁਰੂ ਹੁੰਦੀ। ਉਹ ਕਿਹੜੀ? ਉਹ ਜ਼ਿੰਮੇਵਾਰੀ ਹੈ ਵੀ ਆਪਣੀ ਜ਼ਿੰਦਗੀ ਦਾ ਵਾਗਡੋਰ ਜਿਹੜੀ ਹੈ ਆਪਣੇ ਗਲ ਵਿੱਚ ਰੱਸੀ ਪਾ ਕੇ ਆਪਣੇ ਗੁਰੂ ਦੇ ਹੱਥ ਵਿੱਚ ਦੇ ਦੇਣੀ। ਇਹ ਜ਼ਿੰਮੇਵਾਰੀ ਸਿੱਖ ਦੀ। ਉਹਦੇ ਤੋਂ ਬਾਅਦ ਫਿਰ ਸਾਰੀ ਉਹਦੇ ਜੀਵਨ ਦੀ ਸੰਭਾਲ, ਪਾਲਣਾ, ਰੱਖਿਆ ਕਰਨੀ, ਸਹਾਇਤਾ ਕਰਨੀ, ਇਹ ਸਾਰਾ ਕੰਮ ਫਿਰ ਗੁਰੂ ਦਾ, ਪਰਮਾਤਮਾ ਦਾ ਹੈ। ਪਰ ਜੇ ਉਹਨੇ ਸੌਂਪਿਆ ਨਾ, ਫਿਰ ਨਹੀਂ ਇਹ ਰੱਖਿਆ ਹੋ ਸਕਦੀ। ਇਸ ਕਰਕੇ ਸਤਿਗੁਰੂ ਨੇ ਇੱਕ ਤਰੀਕਾ ਸਾਨੂੰ ਕਲਗੀਆਂ ਵਾਲੇ ਨੇ ਸਿਖਾਇਆ ਹੈ। ਕਹਿੰਦੇ ਨਿਤਾਣਾ ਹੋ ਕੇ ਅਰਦਾਸ ਕਰ, ਉਹਨੂੰ ਕਹਿ ਮੇਰੀ ਰੱਖਿਆ ਕਰ, ਮੇਰੇ ਚਿੱਤ ਦੀ ਇੱਛਾ ਪੂਰੀ ਕਰ, ਮੇਰਾ ਮਨ ਤੇਰੇ ਚਰਨਾਂ ਵਿੱਚ ਰਹੇ, ਮੈਨੂੰ ਆਪਣਾ ਸਮਝ ਲੈ, ਆਪਣਾ ਜਾਣ ਕੇ ਮੇਰੀ ਪ੍ਰਤਪਾਲਣਾ ਕਰ। ਇਹ ਸਾਰੀਆਂ ਅਰਦਾਸਾਂ ਕੀਤੀਆਂ ਗਈਆਂ ਨੇ। ਹੁਣ ਇੱਥੇ ਧਿਆਨ ਦੇਣਾ, ਉਹ ਦੁਸ਼ਮਣ ਕਿਹੜੇ ਨੇ ਜਿਨ੍ਹਾਂ ਤੋਂ ਬਚਣ ਵਾਸਤੇ ਗੁਰੂ ਸਾਹਿਬ ਰੱਬ ਅੱਗੇ ਇਹ ਬੇਨਤੀ ਚੌਪੀ ਉਚਾਰਨ ਕਰ ਰਹੇ ਨੇ। ਉਹ ਕਿਹੜੇ ਦੁਸ਼ਟ ਨੇ, ਕਿਹੜੇ ਦੁਸ਼ਮਣ ਨੇ? ਇਹਦੇ ਉੱਤੇ ਸਾਨੂੰ ਬਹੁਤ ਸਾਰੀਆਂ ਗੱਲਾਂ ਸਮਝਣੀਆਂ ਪੈਣਗੀਆਂ। ਕਿਹਨਾਂ ਦੀ ਗੱਲ ਕਰ ਰਹੇ ਨੇ ਵੀ ਹਮਰੇ ਦੁਸ਼ਟ ਸਭੈ ਤੁਮ ਕਾਵੋ? ਉਹ ਕਿਹਨਾਂ ਨੂੰ ਕਹਿ ਰਹੇ ਨੇ? ਸਭ ਬੈਰਨ ਕੋ ਆਜ ਸੰਘਰੀਐ। ਉਹ ਕਿਹੜੇ ਵੈਰੀ ਨੇ, ਕਿਹੜੇ ਦੁਸ਼ਮਣ ਨੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਇਹ ਲੱਭਣਾ ਪਏਗਾ ਤੇ ਚੌਪਈ ਦੇ ਅਰਥ ਸਾਫ਼ ਹੋ ਜਾਣਗੇ ਵੀ ਇਹਦੇ ਬਾਣੀ ਦੇ ਵਿੱਚ ਦੁਸ਼ਮਣਾਂ ਨੂੰ ਮਾਰਨ ਦੀ ਗੱਲ ਕਿਵੇਂ ਚੱਲ ਰਹੀ ਹੈ। ਇੱਕ ਹੋਰ ਬੇਨਤੀ ਕਰਾਂ, ਇਸ ਬਾਣੀ ਵਿੱਚ ਦੋ ਪ੍ਰਕਾਰ ਦੇ ਦੁਸ਼ਟਾਂ ਨੂੰ, ਦੁਸ਼ਮਣਾਂ ਨੂੰ ਮਾਰਨ ਵਾਸਤੇ ਰੱਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਤੇ ਉਹਦੇ ਤੋਂ ਸਹਾਇਤਾ ਮੰਗੀ ਗਈ। ਉਹ ਦੋ ਪ੍ਰਕਾਰ ਦੇ ਕਿਹੜੇ ਨੇ? ਪਹਿਲਾਂ ਸਤਿਗੁਰੂ ਨੇ ਕਿਹਾ ਮੇਰੇ ਅੰਦਰਲੇ ਦੁਸ਼ਮਣਾਂ ਨੂੰ ਮਾਰ, ਜਿਨ੍ਹਾਂ ਨੂੰ ਬਾਣੀ ਵਿੱਚ ਕਿਹਾ ਪੰਚ ਦੂਤ, ਪੰਜ ਦੁਸ਼ਮਣ, ਪੰਜ ਵਿਕਾਰ, ਉਹਨਾਂ ਨੂੰ ਮਾਰ। ਅੰਦਰੋਂ ਸਭ ਤੋਂ ਮੁੱਢਲੇ ਤੇ ਉਹ ਹੀ ਨੇ। ਪੰਜ ਵੈਰੀ ਨੇ, ਪੰਜ ਦੁਸ਼ਟ ਨੇ, ਅੰਦਰ ਦੀਆਂ ਸਾਡੀਆਂ ਆਦਤਾਂ ਨੇ। ਮੇਰੇ ਮਨ ਦੇ ਵਿੱਚ ਸ਼ੈਤਾਨ ਦਾ ਵਾਸਾ ਹੈ, ਕਲਯੁਗ ਨਿਵਾਸ ਕਰਦਾ, ਉਹਨੂੰ ਮਾਰ ਦੇ। ਇਹ ਅਰਦਾਸ ਕੀਤੀ ਗਈ। ਇਹ ਠੀਕ ਹੈ। ਬਾਅਦ ਵਿੱਚ ਸਤਿਗੁਰੂ ਨੇ ਇਹ ਵੀ ਮੰਗਿਆ ਹੈ ਵੀ ਜਿਹੜੇ ਬਾਹਰ ਦੁਸ਼ਟ ਨੇ, ਜਿਹੜੇ ਬਾਹਰਲੇ ਮੇਰੇ ਦੁਸ਼ਮਣ ਨੇ, ਯਾਨੀ ਕਿ ਜਿਹੜੇ ਧਰਮ ਦੇ ਅਨੁਕੂਲ ਮੈਨੂੰ ਨਹੀਂ ਚੱਲਣ ਦਿੰਦੇ, ਮੈਂ ਜਦੋਂ ਧਰਮ ਦੇ ਰਾਹ ਤੇ ਤੁਰਨਾ ਤੇ ਰੁਕਾਵਟ ਬਣਦੇ ਨੇ, ਰੋਕਦੇ ਨੇ ਮੈਨੂੰ, ਉਹਨਾਂ ਨੂੰ ਵੀ ਮਾਰ ਦੇ, ਉਹਨਾਂ ਨੂੰ ਵੀ ਖਤਮ ਕਰ ਦੇ। ਹੁਣ ਇਸ ਬਾਣੀ ਦੇ ਵਿੱਚ ਮੈਂ ਜੋ ਵਿਸ਼ੇਸ਼ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਆਖਰੀ ਅਰਥ ਕਰਨ ਤੋਂ ਪਹਿਲਾਂ, ਕਿ ਇਸ ਬਾਣੀ ਦਾ ਅਸਥਾਨ ਜਿਹੜਾ ਹੈ ਦਸਮ ਗ੍ਰੰਥ ਵਿੱਚ ਕਿੱਥੇ ਕਰਕੇ ਹੈ, ਕਿਉਂਕਿ ਇਹ ਬਾਣੀ ਗੁਰੂ ਗੋਬਿੰਦ ਸਿੰਘ ਨੇ ਉਚਾਰੀ ਹੈ ਔਰ ਇਸ ਬਾਣੀ ਦਾ ਅਸਥਾਨ ਜਿੱਥੇ ਇਹ ਲਿਖੀ ਗਈ ਹੈ ਉਹ ਦਸਮ ਗ੍ਰੰਥ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਾਣੀ ਨਹੀਂ ਹੈ। ਤੇ ਦਸਮ ਗ੍ਰੰਥ ਦੇ ਵੀ ਉਸ ਹਿੱਸੇ ਵਿੱਚ ਜਿਸ ਨੂੰ ਚਰਿਤਰੋਪਾਖਿਆਨ ਕਹਿੰਦੇ ਨੇ, ਜਿਹਦੇ ਬਾਰੇ ਤੁਸੀਂ ਬਹੁਤ ਸਾਰਾ ਵਿਵਾਦ ਕਿਤੇ ਸੁਣਿਆ ਹੋਵੇਗਾ ਵੀ ਇਹ ਬਾਣੀ ਗੁਰੂ ਦੀ ਕਿਵੇਂ ਹੋ ਸਕਦੀ, ਕਿਉਂਕਿ 405 ਚਰਿੱਤਰ ਨੇ। ਚਰਿਤਰੋਪਾਖਿਆਨ, ਇਸ ਬਾਣੀ ਦਾ ਨਾਮ ਇਹ ਵੀ ਕਿਹਾ ਗਿਆ ਤ੍ਰਿਆ ਚਰਿੱਤਰ। ਤ੍ਰਿਆ ਦਾ ਅਰਥ ਇਸਤਰੀ, ਚਰਿੱਤਰ ਦਾ ਅਰਥ ਹੈ ਕਰੈਕਟਰ, ਇਸਤਰੀ ਦਾ ਕਰੈਕਟਰ, ਉਹਦਾ ਜੀਵਨ ਕਿਵੇਂ ਦਾ ਹੈ। ਤੇ ਜਦੋਂ ਇਸ ਬਾਣੀ ਨੂੰ ਆਪਾਂ ਪੜ੍ਹਦੇ ਹਾਂ ਦਸਮ ਗ੍ਰੰਥ ਵਿੱਚੋਂ, ਜਿਹੜੀ ਚੌਪਈ ਸਾਹਿਬ ਹੈ, ਇਹ ਬਾਣੀ ਉਹਨਾਂ ਤ੍ਰਿਆ ਚਰਿੱਤਰ ਪਖਿਆਨ ਦੇ ਵਿੱਚ ਆਉਂਦੀ ਹੈ, ਜਿਹਦੇ ਵਿੱਚ ਖੁੱਲ੍ਹ ਕੇ ਕਾਮ ਦੇ ਉੱਤੇ ਬੋਲਿਆ ਗਿਆ, ਗੁਰੂ ਸਾਹਿਬ ਵੱਲੋਂ ਲਿਖਿਆ ਗਿਆ। ਉਹਦੇ ਵਿੱਚ ਜਿੰਨੇ 404 ਚਰਿੱਤਰ ਨੇ ਉਹ ਕਾਮ ਬਾਰੇ, ਸੈਕਸ ਬਾਰੇ ਬੋਲਦੇ ਨੇ।
ਮਨੁੱਖ ਦੇ ਮਨ ਦੀ ਵਾਸ਼ਨਾ ਦੀ ਵਿਆਖਿਆ ਕਰਦੇ ਨੇ ਵੀ ਉਹ ਕਿਵੇਂ ਬੰਦੇ ਦੇ ਮਨ 'ਤੇ ਪ੍ਰਭਾਵ ਪਾਉਂਦੀ। ਔਰ ਇਹ ਜਿਹੜੀ ਬਾਣੀ ਹੈ ਜਿਹਦੇ ਵਿੱਚ ਅਰਦਾਸ ਕੀਤੀ ਗਈ, ਉਹਨਾਂ ਸਾਰੀਆਂ ਲਿਖੀਆਂ ਹੋਈਆਂ ਕਹਾਣੀਆਂ ਤੋਂ ਬਾਅਦ ਵਿੱਚ ਆਉਂਦੀ ਹੈ, ਜਿਹੜੀਆਂ 404 ਚਰਿੱਤਰਾਂ ਵਿੱਚ ਨੇ, ਜਿਹਦੇ ਵਿੱਚ ਇੱਕ ਮੰਤਰੀ ਆਪਣੇ ਰਾਜੇ ਨੂੰ ਸਮਝਾਉਂਦਾ ਹੈ ਵੀ ਕਿਵੇਂ ਸੁਚੇਤ ਰਹਿਣਾ ਚਾਹੀਦਾ। ਔਰ ਉਸ ਸਾਰੀ ਬਾਣੀ ਦੇ ਵਿੱਚ ਜਿਹਦੇ ਉੱਤੇ ਬਹੁਤ ਸਾਰਾ ਵਿਵਾਦ ਕੀਤਾ ਗਿਆ, ਵਿੱਚੋਂ ਵਿੱਚੋਂ ਲਿਖ ਕੇ ਵੰਡਿਆ ਗਿਆ, ਉਹਦੇ ਅੰਦਰ ਪੂਰੀ ਤਰ੍ਹਾਂ ਖੁੱਲ੍ਹ ਕੇ ਕਾਮ ਵਾਸ਼ਨਾ ਦੀ ਵਿਆਖਿਆ ਉਹਦੇ ਵਿੱਚ ਲਿਖੀ ਹੋਈ ਹੈ, ਖੁੱਲ੍ਹੇ ਤੌਰ 'ਤੇ ਲਿਖੀ ਹੋਈ ਹੈ। ਔਰ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖੀਆਂ ਗਈਆਂ ਨੇ ਜਿਹੜੀਆਂ ਕਾਮ ਨਾਲ ਸੰਬੰਧਿਤ ਨੇ, ਕਰੈਕਟਰ ਨਾਲ ਸੰਬੰਧਿਤ ਨੇ, ਔਰ ਵੇਸ਼ਵਾਵਾਂ ਨਾਲ ਵੀ ਸੰਬੰਧ ਰੱਖਦੀਆਂ ਨੇ। ਵੇਸ਼ਵਾਵਾਂ ਦਾ ਜੀਵਨ ਉਹਦੇ ਵਿੱਚ ਲਿਖਿਆ ਗਿਆ। ਚਰਿੱਤਰਹੀਨ ਇਸਤਰੀਆਂ ਔਰ ਪੁਰਸ਼ਾਂ ਦਾ ਜੀਵਨ ਉਹਦੇ ਵਿੱਚ ਮੌਜੂਦ ਹੈ, ਜਿਹੜੇ ਵਾਸ਼ਨਾ ਦੀ ਨਦੀ ਵਿੱਚ ਡਿੱਗ ਪਏ ਤੇ ਨਿਕਲਿਆ ਨਾ ਗਿਆ, ਜੀਵਨ ਗਰਕ ਹੋ ਗਿਆ। ਇੱਕ ਹੋਰ ਬੇਨਤੀ ਕਰਾਂ, ਇਹ ਜਿੰਨੀਆਂ ਕਹਾਣੀਆਂ ਨੇ ਜਿਹੜੀਆਂ ਇਹਨਾਂ ਚਰਿੱਤਰਾਂ ਵਿੱਚ ਲਿਖੀਆਂ ਗਈਆਂ ਨੇ, ਉਹਦੇ ਨਾਲ ਇੱਕ ਸ਼ਬਦ ਆਉਂਦਾ ਹੈ ਚਰਿੱਤਰੋ ਪਾਖਿਆਨ। ਪਾਖਿਆਨ ਦਾ ਮਤਲਬ ਹੁੰਦਾ ਹੈ ਕਿਸੇ ਕਹਾਣੀ ਨੂੰ ਬਣਾ ਕੇ ਕਹਿਣਾ ਔਰ ਸਮਝਾਉਣ ਦਾ ਯਤਨ ਕਰਨਾ ਉਦਾਹਰਨ ਦੇ ਤੌਰ 'ਤੇ, ਜੋ ਅਸਲ ਵਿੱਚ ਨਾ ਵੀ ਵਾਪਰੀ ਹੋਵੇ। ਕੁਝ ਗੱਲਾਂ ਐਸੀਆਂ ਨੇ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹੋਗੇ, ਜਿਵੇਂ ਮੈਂ ਇੱਕ ਦੋ ਉਦਾਹਰਨ ਦੇ ਦਿਆਂ। ਗੁਰੂ ਨਾਨਕ ਸਾਹਿਬ ਇੱਕ ਬਚਨ ਕਹਿੰਦੇ ਨੇ ਸ਼ਲੋਕ 12 ਤੇ ਵਧੀਕ ਅੰਦਰ ਕਿ ਮੈਂ ਤੁਰਦਾ ਤੁਰਦਾ ਇੱਕ ਨਗਰ ਦੇ ਕੋਲੋਂ ਦੀ ਲੰਘਿਆ। ਨਗਰ ਦੇ ਬਾਹਰਲੇ ਪਾਸੇ ਛੱਪੜ ਸੀ, ਤਲਾਬ ਸੀ, ਉਹਦੇ ਕੋਲੋਂ ਨਿਕਲਿਆ ਤੇ ਉਹ ਸੁੱਕਾ ਪਿਆ ਸੀ। ਤੁਸੀਂ ਕਈ ਵਾਰੀ ਉਦਾਹਰਨ ਸੁਣੀ ਹੋਵੇ। ਮੈਂ ਉਸ ਛੱਪੜ ਨੂੰ, ਉਸ ਤਲਾਬ ਨੂੰ ਪੁੱਛਿਆ ਵੀ ਤੂੰ ਸੁੱਕ ਕਿਉਂ ਗਿਆ? ਪਿਛਲੀ ਵਾਰੀ ਮੈਂ ਤੇਰੇ ਕੋਲੋਂ ਲੰਘਿਆ ਸੀ, ਤੇਰੇ ਵਿੱਚ ਫੁੱਲ ਖਿੜੇ ਹੋਏ ਸਨ, ਤੇਰੇ ਤੇ ਪੰਛੀ ਜਿਹੜੇ ਨੇ ਕਈ ਪ੍ਰਕਾਰ ਦੀ ਬੋਲੀ ਬੋਲ ਰਹੇ ਸਨ, ਬੜੀ ਰੌਣਕ ਸੀ। ਅੱਜ ਕਿਉਂ ਤੂੰ ਸੁੱਕ ਗਿਆ? ਕਹਿੰਦੇ ਛੱਪੜ ਨੇ ਮੈਨੂੰ ਜਵਾਬ ਦਿੱਤਾ, ਮੇਰੇ ਵਿੱਚੋਂ ਪਾਣੀ ਸੁੱਕ ਗਿਆ, ਪਾਣੀ ਕਰਕੇ ਸਾਰੀ ਰੌਣਕ ਸੀ, ਪਾਣੀ ਦੇ ਸੁੱਕਣ ਨਾਲ ਰੌਣਕ ਵੀ ਚਲੀ ਗਈ। ਇਹ ਕਹਾਣੀ ਹੈ। ਅਸਲ ਵਿੱਚ ਗੁਰੂ ਸਾਹਿਬ ਕਿਸੇ ਛੱਪੜ ਨਾਲ ਸਿੱਧੀ ਗੱਲ ਨਹੀਂ ਕਰ ਰਹੇ ਤੇ ਛੱਪੜ ਬੋਲ ਨਹੀਂ ਰਿਹਾ, ਪਰ ਚੁੱਪ ਕਰਕੇ ਗੁਰੂ ਸਾਹਿਬ ਨੇ ਛੱਪੜ ਵੱਲ ਵੇਖਿਆ। ਕਵੀ ਦਾ ਮਨ ਹੈ, ਉਹਨਾਂ ਨੇ ਉਹਦੇ ਵਿੱਚੋਂ ਛੱਪੜ ਦੀ ਆਵਾਜ਼ ਨੂੰ ਲਿਆ ਵੀ ਇਹ ਕੀ ਕਹਿ ਰਿਹਾ, ਸੁੱਕ ਗਿਆ। ਪੱਬਰ ਤੂੰ ਹਰਿਆਵਲਾ ਕੰਚਨ ਕਬਲਾ ਵਨ ਕਹਿ ਦੋਖੜਾ ਸੜਿਓ ਏ ਕਾਲੀ ਹੋਈਆ ਦੇਹੁਰੀ ਨਾਨਕ ਮੈਂ ਤਨ ਭੰਗ। ਤੇਰੀ ਦੇਹੁਰੀ, ਤੇਰੀ ਦੇਹ, ਸਰੀਰ ਕਾਲਾ ਕਿਉਂ ਹੋ ਗਿਆ? ਪੁੱਛਿਆ। ਉਹਨੇ ਜਵਾਬ ਦਿੱਤਾ, ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ। ਪਾਣੀ ਮੇਰੇ ਵਿੱਚੋਂ ਸੁੱਕ ਗਿਆ, ਮੇਰੀ ਰੌਣਕ ਖਤਮ ਹੋ ਗਈ। ਹੁਣ ਇਹ ਛੱਪੜ ਬੋਲ ਕੇ ਕਹਾਣੀ ਕਹਿ ਰਿਹਾ। ਇਹ ਹੁੰਦਾ ਕਵੀ ਦਾ ਮਨ। ਅਗਲੀ ਚੀਜ਼ ਦੇ ਵਿੱਚੋਂ ਉਦਾਹਰਨ ਲੱਭ ਕੇ ਉਹਦੇ ਮੂੰਹ ਵਿੱਚੋਂ ਗੱਲ ਕਰਾਣੀ। ਧਿਆਨ ਦਿਓ, ਆਮ ਜਿਹੜੀ ਸਾਡੀ ਬੁੱਧੀ ਹੈ ਨਾ, ਕਈ ਵਾਰੀ ਕਥਾ ਵਿੱਚ ਬੜੀ ਦੂਰ ਦੂਰ ਤੱਕ ਆਵਾਜ਼ ਜਾਂਦੀ ਹੈ, ਇਹ ATC ਚੈਨਲ ਰਾਹੀਂ ਜਾਂ ਹੋਰ ਕਈ ਥਾਵਾਂ 'ਤੇ ਜਦੋਂ ਅਸੀਂ ਸੁਣਦੇ ਹਾਂ ਤਾਂ ਕਈ ਵਾਰੀ ਕਹਿੰਦੇ ਹਾਂ ਵੀ ਇਹ ਤੁਸੀਂ ਸਾਖੀ ਕਿੱਥੋਂ ਪੜ੍ਹੀ ਹੈ। ਯਾਦ ਰੱਖੋ, ਇੱਕ ਇਤਿਹਾਸ ਹੁੰਦਾ ਹੈ, ਇੱਕ ਭਾਵਕ ਇਤਿਹਾਸ ਹੁੰਦਾ ਹੈ ਜਿਹੜਾ ਛੁਪਿਆ ਹੁੰਦਾ ਉਸ ਇਤਿਹਾਸ ਦੇ ਵਿੱਚ। ਉਹ ਮਨੁੱਖ ਦੇ ਆਪਣੇ ਮਨ ਵਿੱਚੋਂ ਪੈਦਾ ਹੁੰਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਛੱਪੜ ਨਾਲ ਗੱਲ ਕਰਦੇ, ਇੱਕ ਉਦਾਹਰਨ ਹੈ। ਇਹਨੂੰ ਆਪਾਂ ਕਵਾਂਗੇ ਪਾਖਿਆਨ, ਬਣਾਈ ਹੋਈ ਗੱਲ ਸਮਝਾਉਣ ਵਾਸਤੇ ਦਿੱਤੀ ਹੋਈ ਉਦਾਹਰਨ। ਧਿਆਨ ਦਿਓ, ਮੈਂ ਆਪਣੇ ਵਿਸ਼ੇ ਦੇ ਨੇੜੇ ਰਹਾ ਸਮੇਂ ਵਿੱਚ। ਇਹ ਜਿੰਨੇ ਚਰਿੱਤਰ ਨੇ ਜਿਨ੍ਹਾਂ ਨੂੰ ਚਰਿੱਤਰੋ ਪਾਖਿਆਨ ਕਿਹਾ ਗਿਆ, ਜਿਨ੍ਹਾਂ ਵਿੱਚ ਵੇਸ਼ਵਾਵਾਂ ਦੀਆਂ ਤੇ ਕਰੈਕਟਰਲੈਸ ਇਸਤਰੀਆਂ ਤੇ ਪੁਰਸ਼ਾਂ ਦੇ ਜੀਵਨ ਦਿੱਤੇ ਗਏ ਨੇ, ਇਹ ਅਸਲ ਵਿੱਚ ਵਾਪਰੇ ਹੋਣ ਕਿ ਨਾ ਵਾਪਰੇ ਹੋਣ ਜ਼ਰੂਰੀ ਨਹੀਂ। ਇਹਦਾ ਹੈਡਿੰਗ ਦੇ ਕੇ ਗੁਰੂ ਸਾਹਿਬ ਨੇ ਕਹਿ ਦਿੱਤਾ ਪਾਖਿਆਨ। ਇਹ ਕਾਮ ਦੀਆਂ ਕਹਾਣੀਆਂ ਸੱਚ ਵੀ ਨੇ, ਬੰਦੇ ਨੂੰ ਬਣਾ ਕੇ ਦੱਸੀਆਂ ਗਈਆਂ ਕਿ ਕਾਮ ਜਿਹੜਾ ਹੈ ਜੀਵਨ ਵਿੱਚ ਬੰਦੇ ਨੂੰ ਕਿਵੇਂ ਲੁੱਟਦਾ ਹੈ, ਕਿਵੇਂ ਖਤਮ ਕਰਦਾ ਹੈ। ਕਿਉਂਕਿ
ਆਪਾਂ ਇੱਕ ਸ਼ਬਦ ਪੜ੍ਹਦੇ ਨਾ, ਅਸੀਂ ਕਹਾਂਗੇ ਗੁਰੂ ਸਾਹਿਬ ਨੂੰ ਇਹ ਕਹਿਣ ਦੀ ਕੀ ਲੋੜ ਪੈ ਗਈ। ਗੁਰੂ ਗ੍ਰੰਥ ਸਾਹਿਬ ਵਿੱਚ ਕ੍ਰੋਧ ਦੀ ਵਿਆਖਿਆ ਵੀ ਕੀਤੀ ਗਈ ਹੈ, ਬਈ ਕ੍ਰੋਧ ਕਿਵੇਂ ਜੀਵਨ ਨੂੰ ਨਾਸ਼ ਕਰਦਾ ਹੈ। ਫਿਰ ਅੱਗੇ ਗੁਰੂ ਸਾਹਿਬ ਨੇ ਲੋਭ ਦੀ ਵੀ ਵਿਆਖਿਆ ਕੀਤੀ ਹੈ, ਲੋਭ ਦੀ ਲਹਿਰ ਬੰਦੇ ਨੂੰ ਕਿਵੇਂ ਨਾਸ਼ ਕਰਦੀ ਹੈ। ਮੋਹ ਦੀ ਵੀ ਵਿਆਖਿਆ ਕੀਤੀ, ਹੰਕਾਰ ਦੀ ਵੀ ਕੀਤੀ, ਨਿੰਦਿਆ ਦੀ ਵੀ ਕੀਤੀ, ਈਰਖਾ ਦੀ ਵੀ ਕੀਤੀ। ਇਹ ਵਿਆਖਿਆ ਤਾਂ ਕੀਤੀਆਂ ਗੁਰੂ ਨੇ, ਗੁਰੂ ਸਾਹਿਬਾਨ ਨੇ ਤਾਂ ਵਿਆਖਿਆਵਾਂ ਕੀਤੀਆਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਵੀ ਗੁਰੂ ਆਪਣੇ ਸਿੱਖ ਨੂੰ ਇਸ ਤਰ੍ਹਾਂ ਪਾਲਦਾ ਹੈ ਜਿਵੇਂ ਮਾਂ ਆਪਣੇ ਬੱਚੇ ਦੀ ਪਾਲਣਾ ਕਰਦੀ ਏ। ਤੇ ਮਾਂ ਜਦੋਂ ਆਪਣੇ ਬੱਚੇ ਨੂੰ ਸਮਝਾਉਂਦੀ ਏ, ਉਹਦੀ ਜ਼ਿੰਦਗੀ ਦੇ ਸਾਰੇ ਖਤਰਿਆਂ ਤੋਂ ਉਹਨੂੰ ਜਾਣੂ ਕਰਾਉਂਦੀ ਏ ਵੀ ਤੂੰ ਬੇਟਾ ਇੱਧਰ ਜਾ ਰਿਹਾ ਹੈ, ਇਸ ਮੋੜ ਤੇ ਇਹ ਚੀਜ਼ ਆਵੇਗੀ, ਉੱਥੇ ਤੂੰ ਡਿੱਗ ਸਕਣਾ ਹੈ, ਉੱਥੋਂ ਵੇਖ ਕੇ ਲੰਘੀ, ਉੱਥੇ ਖਤਰਾ ਹੈ, ਉੱਥੋਂ ਬਚ ਜਾਈਂ। ਇਹ ਸਾਰੀਆਂ ਗੱਲਾਂ ਉਹਨੂੰ ਸਮਝਾਉਣੀਆਂ ਪੈਂਦੀਆਂ। ਤੇ ਜੇ ਗੁਰੂ ਨੇ ਕ੍ਰੋਧ ਤੋਂ ਸੁਚੇਤ ਕੀਤਾ ਸਿੱਖ ਨੂੰ, ਹੰਕਾਰ ਤੋਂ ਕੀਤਾ, ਲੋਭ ਤੋਂ ਕੀਤਾ, ਤੇ ਕਾਮ ਤੋਂ ਸੁਚੇਤ ਕਰਨਾ ਵੀ ਬੜਾ ਜ਼ਰੂਰੀ ਸੀ। ਤੇ ਜਿਹੜੀ ਚੀਜ਼ ਤੋਂ ਸੁਚੇਤ ਕਰਨਾ ਉਹਦੀ ਵਿਆਖਿਆ ਵੀ ਕਰਨੀ ਪਏਗੀ। ਇਸ ਕਰਕੇ ਜਿਹੜਾ ਚਰਿਤਰੋਪਾਖਿਆਨ ਹੈ, ਜਿਹਦੇ ਵਿੱਚ ਇਸਤਰੀਆਂ ਪੁਰਸ਼ਾਂ ਦੀਆਂ ਕਹਾਣੀਆਂ ਕਹੀਆਂ ਗਈਆਂ ਜਿਹੜੇ ਕਰੈਕਟਰ ਤੋਂ ਡਿੱਗ ਪਏ, ਇਸ ਦੁਨੀਆ ਦੇ ਵਿੱਚ ਫਸ ਗਏ, ਉਹਨਾਂ ਦੀਆਂ ਕਹਾਣੀਆਂ ਦੇ ਨਕਸ਼ੇ ਬਿਲਕੁਲ ਸਾਫ਼-ਸਾਫ਼ ਇਹਦੇ ਵਿੱਚ ਲਿਖੇ ਗਏ ਨੇ ਤੇ ਦੱਸਿਆ ਗਿਆ ਹੈ ਕਿ ਮਨੁੱਖ ਕਿਹੜੇ-ਕਿਹੜੇ ਰਾਹਾਂ ਤੋਂ ਇਹਦੇ ਵਿੱਚ ਫਸਦਾ ਹੈ, ਤਾਂ ਕਿ ਸਿੱਖ ਸੁਚੇਤ ਹੋ ਜਾਏ, ਪੜ੍ਹਨ ਵਾਲਾ ਉਹਨੂੰ ਸਮਝ ਆ ਜਾਏ। ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵਿੱਚ ਵੀ ਇਹ ਕਹਾਣੀ ਲਿਖੀ ਗਈ ਹੈ, ਇਹ ਗੱਲਾਂ ਕੀਤੀਆਂ ਗਈਆਂ ਨੇ। ਕਬੀਰ ਸਾਹਿਬ ਨੇ ਬੰਦੇ ਨੂੰ ਸੁਚੇਤ ਕੀਤਾ ਹੈ, ਆਪਣੇ ਮਨ ਨੂੰ ਕਿਹਾ ਹੈ, ਔਰ ਇਹ ਗੱਲ ਵਾਰ-ਵਾਰ ਕਈ ਕਹਿੰਦੇ ਵਿਖੈ ਬਾਚ ਹਰ ਰਾਚ ਸਮਝ ਮਨ ਬੌਰਾ ਰੇ। ਤੇ ਪਹਿਲੀ ਤੁਕ ਆਉਂਦੀ ਹੈ, ਉਦਾਹਰਨ ਦਿੱਤੀ, ਕਹਿੰਦੇ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼ ਕਾਮ ਸੁਆਏ ਗੱਜ ਬਸ ਪਰੇ ਮਨ ਬੌਰਾ ਰੇ, ਅੰਕਸ ਸਹਿਓ ਸੀਸ। ਕਬੀਰ ਸਾਹਿਬ ਨੇ ਵੀ ਇਹ ਵਿਆਖਿਆ ਕਰ ਦਿੱਤੀ, ਕਾਮ ਦੀ ਗੱਲ ਕੀਤੀ ਹੈ। ਔਰ ਇਹ ਉਦਾਹਰਨ ਦਿੱਤੀ ਏ, ਕਹਿਣ ਲੱਗੇ ਵੇਖੀ ਮਣਾ ਤੂੰ ਤੇ ਇੱਕ ਸਿਰਫ ਮਨੁੱਖ ਹੈ, ਤੇਰੇ ਤੇ ਸਰੀਰ ਵਿੱਚ ਇੰਨੀ ਸ਼ਕਤੀ ਵੀ ਨਹੀਂ। ਆ ਜਿਹੜਾ ਤੇਰੇ ਪਿੰਡ ਵਿੱਚ ਮੰਗਣ ਵਾਲੇ ਲੋਕ ਹਾਥੀ ਤੇ ਚੜ੍ਹ ਕੇ ਤੁਰੇ ਜਾਂਦੇ ਨੇ, ਵਿਚਾਰਾ ਗੁਲਾਮ ਹੋ ਗਿਆ, ਦਰ-ਦਰ ਤੇ ਦਾਣੇ ਮੰਗਦੇ ਨੇ, ਇਹਦੇ ਉੱਤੇ ਚੜ੍ਹ ਕੇ ਲੋਕਾਂ ਦੇ ਬੱਚਿਆਂ ਨੂੰ ਝੂਟੇ ਦਿਵਾਉਂਦੇ ਫਿਰਦੇ ਨੇ, ਉਹਨਾਂ ਤੋਂ ਦਾਣੇ ਲੈਂਦੇ। ਸਾਰੇ ਪਿੰਡ ਦੇ ਪਿੰਡ ਵਿੱਚ ਇਹ ਹਾਥੀ ਫਿਰਦਾ ਹੈ। ਸੱਜਣਾ, ਇਸ ਹਾਥੀ ਨੂੰ ਪੁੱਛ ਕੇ ਵੇਖ, ਤੂੰ ਤੇ ਕਦੀ ਜੰਗਲ ਵਿੱਚ ਆਜ਼ਾਦ ਸੈਂ, ਖੁੱਲ੍ਹਾ ਪਾਣੀ ਪੀਂਦਾ ਸੈਂ, ਖੁੱਲ੍ਹਾ ਘਾਹ ਖਾਂਦਾ ਸੈਂ, ਆਜ਼ਾਦ ਰਹਿੰਦਾ ਸੈਂ, ਆਪਣੀ ਨੀਂਦ ਸੌਂਦਾ, ਆਪਣੀ ਉੱਠਦਾ ਸੈਂ। ਅੱਜ ਇਹਨਾਂ ਚਾਰ ਬੰਦਿਆਂ ਨੇ ਤੈਨੂੰ ਗੁਲਾਮ ਕਰਕੇ ਪਿੰਡ ਵਿੱਚ ਮੰਗਤਾ ਬਣਾ ਕੇ ਤੈਨੂੰ ਭੁਆ ਕਿਉਂ ਰਹੇ ਨੇ? ਤੂੰ ਗੁਲਾਮ ਕਿਉਂ ਹੋ ਗਿਆ? ਕਹਿੰਦੇ ਇਸ ਹਾਥੀ ਨੂੰ ਪੁੱਛ ਕੇ ਵੇਖ ਤਾਕਤਵਰ ਕਿੰਨਾ, ਕਿਉਂ ਗੁਲਾਮ ਹੋਇਆ? ਕਬੀਰ ਸਾਹਿਬ ਕਹਿੰਦੇ ਜਦੋਂ ਤੂੰ ਇਸ ਹਾਥੀ ਨੂੰ ਪੁੱਛੇਗਾ ਨਾ, ਹਾਥੀ ਤੈਨੂੰ ਜਵਾਬ ਦੇਗਾ, ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਏਗਾ ਤੇ ਉਹ ਦੱਸ ਦੇਗਾ ਵੀ ਮੈਂ ਜੰਗਲ ਵਿੱਚ ਖੁੱਲ੍ਹਾ ਸੀ ਤੇ ਸ਼ਿਕਾਰੀਆਂ ਨੇ ਜੰਗਲ ਵਿੱਚ ਜਾ ਕੇ ਇੱਕ ਟੋਇਆ ਪੱਟ ਲਿਆ 20-25 ਫੁੱਟ ਦਾ ਚੌੜਾ। ਟੋਇਆ ਪੁੱਟ ਕੇ ਉਹਦੇ ਉੱਤੇ 2-4 ਲੱਕੜਾਂ ਰੱਖ ਦਿੱਤੀਆਂ ਤੇ ਉੱਤੇ ਘਾਹ ਦਾ ਛੱਤ ਪਾ ਦਿੱਤਾ ਵੀ ਦੂਰੋਂ ਪਤਾ ਨਾ ਲੱਗੇ ਵੀ ਇਹਦੇ ਥੱਲੇ ਟੋਇਆ ਹੈ, ਭੁਲੇਖਾ ਪਾਉਣ ਲਈ। ਥੱਲੇ ਟੋਇਆ ਸੀ, ਉੱਤੇ ਘਾਹ ਵਿਛਾ ਦਿੱਤਾ ਗਿਆ ਤੇ ਉਹਨਾਂ ਸ਼ਿਕਾਰੀਆਂ ਨੇ ਕਹਿੰਦੇ ਇੱਕ ਕਾਗਜ਼ ਦੀ ਹੱਥਣੀ ਬਣਾ ਕੇ ਉਸ ਘਾਹ ਦੇ ਉੱਤੇ ਖੜੀ ਕਰ ਦਿੱਤੀ। ਦੂਰੋਂ ਵੇਖਿਆ ਭੁਲੇਖਾ ਪੈਂਦਾ ਸੀ ਵੀ ਇਹ ਸੱਚਮੁੱਚ ਹੱਥਣੀ ਹੈ, ਅਸਲ ਵਿੱਚ ਉਹਦਾ ਕਾਲ ਬੂਤ ਸੀ, ਉਹਦਾ ਬੁੱਤ ਬਣਿਆ ਹੋਇਆ ਸੀ, ਕਾਗਜ਼ ਦੀ ਬਣੀ ਸੀ। ਉਸ ਹਾਥੀ ਨੇ ਕਿਹਾ ਜਦੋਂ ਮੈਂ ਦੂਰੋਂ ਵੇਖਿਆ ਤੇ ਉਸ ਹੱਥਣੀ ਵੱਲ ਵੇਖ ਕੇ ਮੇਰੇ ਵਿੱਚ ਵਾਸ਼ਨਾ ਜਾਗੀ। ਉਸ ਵਾਸ਼ਨਾ ਦੇ ਵਿੱਚ ਮੇਰੀਆਂ ਅੱਖਾਂ ਤੇ ਪੱਟੀਆਂ ਵੱਜ ਗਈਆਂ ਵੀ ਇਹ ਤਾਂ ਕਾਗਜ਼ ਦੀ ਬਣੀ ਹੋਈ ਏ ਤੇ ਕਿਤੇ ਕੋਈ ਸ਼ਿਕਾਰੀ ਨਾ ਮੈਨੂੰ ਫੜਨ ਵਾਸਤੇ ਬੈਠਾ ਹੋਵੇ। ਕਹਿੰਦੇ ਵਾਸ਼ਨਾ ਵਿੱਚ ਇੰਨਾ ਅੰਨਾ ਹੋਇਆ, ਦੌੜਦਾ ਹੋਇਆ ਉੱਥੇ ਗਿਆ, ਉਸ ਘਾਹ ਦੇ ਉੱਤੇ ਪੈਰ ਰੱਖੇ ਜਿਹਦੇ ਥੱਲੇ ਟੋਇਆ ਸੀ
ਤੇ ਇੱਕਦਮ ਉਸ ਟੋਏ ਦੇ ਵਿੱਚ ਡਿੱਗ ਪਿਆ ਤੇ ਟੋਇਆ ਬਹੁਤ ਡੂੰਘਾ ਸੀ, ਕਹਿੰਦੇ ਸਾਰਾ ਉਹਦਾ ਛੱਤ ਟੁੱਟ ਗਿਆ ਤੇ ਮੈਂ ਟੋਏ ਵਿੱਚ ਡਿੱਗ ਪਿਆ। ਫਿਰ ਕਹਿੰਦੇ ਉਸ ਟੋਏ ਵਿੱਚ ਦੁਆਲਿਓਂ ਸ਼ਿਕਾਰੀ ਇਕੱਠੇ ਹੋ ਕੇ ਆ ਗਏ, ਬੜੇ ਖੁਸ਼ ਹੋਏ। ਉਹਨਾਂ ਨੇ ਬੜੀ ਖੁਸ਼ੀ ਮਨਾਈ, ਕਿਲਕਾਰੀਆਂ ਮਾਰੀਆਂ ਵੀ ਫਸ ਗਿਆ, ਪਰ ਕਹਿੰਦੇ ਅਜੇ ਉਹਨਾਂ ਮੈਨੂੰ ਕੱਢਿਆ ਨਹੀਂ। ਉਹਨਾਂ ਵਿੱਚੋਂ ਇੱਕ ਨੇ ਕਿਹਾ ਵੀ ਇਹਨੂੰ 15-20 ਦਿਨ ਭੁੱਖਾ ਰੱਖੋ, ਬਿਲਕੁਲ ਕਮਜ਼ੋਰ ਹੋ ਜਾਏਗਾ, ਫਿਰ ਇਹਨੂੰ ਕੱਢਾਂਗੇ। ਕਹਿੰਦੇ 20 ਦਿਨ ਮੈਂ ਭੁੱਖਾ ਰਿਹਾ, ਮੇਰੇ ਸਰੀਰ ਦੀ ਸ਼ਕਤੀ ਖਤਮ ਹੋ ਗਈ, ਮੇਰਾ ਜੀਵਨ ਅੰਦਰੋਂ ਸਾਥ ਦੇਣਾ ਛੱਡ ਗਿਆ, ਤੇ ਜਦੋਂ ਮੈਂ ਮੁਰਦੇ ਵਰਗਾ ਹੋ ਗਿਆ, ਉਹਨਾਂ ਖਿੱਚ ਕੇ ਧੂ ਕੇ ਉਸ ਟੋਏ ਵਿੱਚੋਂ ਬਾਹਰ ਕੱਢਿਆ, ਥੋੜ੍ਹੀ ਜਿਹੀ ਖੁਰਾਕ ਦਿੱਤੀ ਤੇ ਤੋਰ ਲਿਆ। ਫਿਰ ਉਹਨਾਂ ਨੇ ਮੈਨੂੰ ਗੁਲਾਮ ਕਰ ਲਿਆ ਤੇ ਕਹਿਣ ਲੱਗਾ, ਸੱਜਣਾ ਉਸ ਦਿਨ ਤੋਂ ਅੱਜ ਕਈ ਸਾਲ ਹੋ ਗਏ ਨੇ, ਮੈਂ ਇਸ ਵਾਸ਼ਨਾ ਦੇ ਇਸ ਹਨੇਰੇ ਵਿੱਚ ਡਿੱਗ ਕੇ ਖੱਡੇ ਵਿੱਚ ਆਪਣੀ ਜ਼ਿੰਦਗੀ ਨੂੰ ਸਦਾ ਵਾਸਤੇ ਗੁਲਾਮ ਕਰ ਲਿਆ। ਕਬੀਰ ਸਾਹਿਬ ਕਹਿੰਦੇ ਨੇ, ਇਸ ਹਾਥੀ ਵੱਲ ਵੇਖ, ਸਾਰੀ ਉਮਰ ਦੀ ਗੁਲਾਮੀ ਹੈ। ਅਸਲ ਵਿੱਚ ਇਹ ਕਹਾਣੀ ਤੇ ਮਨੁੱਖੀ ਜੀਵਨ ਦੀ ਹੈ, ਜਿਹੜਾ ਕਾਮ ਦੇ ਟੋਏ ਵਿੱਚ ਡਿੱਗ ਕੇ ਐਸਾ ਗਰਕ ਹੁੰਦਾ ਹੈ ਵੀ ਪਰਤ ਕੇ ਸਾਰੀ ਉਮਰ ਮਰਦਿਆਂ ਤੱਕ ਉਹਦੇ ਗਲੋਂ ਇਹ ਫਾਂਸੀ ਨਹੀਂ ਲੈਂਦੇ। ਇਹ ਸੱਚਾਈ ਕਹੀ ਹੈ। ਹੁਣ ਅਸੀਂ ਕਹਾਂਗੇ ਵੀ ਇਹ ਗੱਲਾਂ ਬਈ ਪਰਿਵਾਰਾਂ ਵਿੱਚ ਕਰਨ ਵਾਲੀਆਂ ਨੇ। ਯਾਦ ਰੱਖੀਏ, ਗੁਰੂ ਇਕੱਲੇ ਮੱਥੇ ਨੂੰ ਨਹੀਂ ਪੜ੍ਹਦਾ। ਅਸੀਂ ਕਹਿੰਦੇ ਆ ਨਾ, ਗੁਰੂ ਅੰਦਰ ਨੂੰ ਜਾਣਦਾ ਹੈ, ਅੰਦਰ ਦੀ ਗੱਲ ਸਮਝਦਾ ਹੈ, ਤੇ ਜੇ ਗੁਰੂ ਅੰਦਰ ਦੀ ਗੱਲ ਸਮਝਦਾ ਤੇ ਸਾਡੇ ਖਿਆਲਾਂ ਨੂੰ ਵੀ ਜਾਣਦਾ ਹੈ। ਜਿਹੜੇ ਲੋਕ ਬਹੁਤੇ ਸੱਭਿਅਤ ਬਣਦੇ ਨੇ ਨਾ, ਇਹ ਠੀਕ ਹੈ, ਗੁਰੂ ਨੇ ਸੱਭਿਆਚਾਰ ਸਿਖਾਇਆ ਹੈ, ਅਨੁਸ਼ਾਸਨ ਸਿਖਾਇਆ ਹੈ। ਜੇ ਬੋਲਣਾ ਹੈ ਤੇ ਤਾਂ ਵੀ ਅਨੁਸ਼ਾਸਨ ਦੇ ਸ਼ਬਦ ਵੀ ਦਿੱਤੇ ਨੇ, ਪਰ ਇਹਦਾ ਅਰਥ ਇਹ ਨਹੀਂ ਕਿ ਸਾਡੇ ਅੰਦਰ ਜੋ ਚੱਲ ਰਿਹਾ ਹੈ, ਜੇ ਅਸੀਂ ਉਹਨੂੰ ਅੰਦਰ ਜਿੰਨਾ ਬਹੁਤਾ ਦਬਾਵਾਂਗੇ, ਉਹ ਅੰਦਰ ਗੰਦ ਬਣ ਕੇ ਬਿਮਾਰੀ ਬਣ ਜਾਏਗਾ, ਰੋਗ ਬਣ ਜਾਏਗਾ। ਇਸ ਕਰਕੇ ਮੈਂ ਜਿਹੜੀ ਬੇਨਤੀ ਅੱਗੇ ਤੁਰਨ ਦਾ ਯਤਨ ਕਰਾਂ, ਸਿਰਫ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੀ ਚੌਪਈ ਸਾਹਿਬ ਦੀ ਬਾਣੀ ਹੈ, ਕਈ ਲੋਕ ਸਿਰਫ ਇਸ ਕਰਕੇ ਕਹਿੰਦੇ ਨੇ ਵੀ ਬਾਣੀ ਗੁਰੂ ਕੀ ਨਹੀਂ, ਕਿਉਂਕਿ ਇਹ ਚਰਿਤਰੋ ਪਖਿਆਨ, ਜਿਹਦੇ ਵਿੱਚ 404 ਚਰਿਤਰਾਂ ਵਿੱਚ ਕਰੈਕਟਰਲੈਸ ਇਸਤਰੀਆਂ ਤੇ ਪੁਰਸ਼ਾਂ ਦੀਆਂ ਕਹਾਣੀਆਂ ਨੇ, ਉਹਨਾਂ ਦੇ ਵਿੱਚ ਆਉਂਦੀ ਏ, ਅਖੀਰ ਤੇ ਆਉਂਦੀ ਏ। ਇਸ ਕਰਕੇ ਗੁਰੂ ਦੀ ਬਾਣੀ ਕਿਵੇਂ ਹੋ ਸਕਦੀ ਏ? ਮੈਂ ਬੇਨਤੀ ਕਰਾਂ, ਉਹਨਾਂ ਨੂੰ ਸਮਝਣਾ ਚਾਹੀਦਾ ਹੈ। ਜੇ ਕਿਤੇ ਭਟਕ ਵੀ ਜਾਏ ਬੰਦਾ, ਕੋਈ ਗੱਲ ਨਹੀਂ, ਸਮਝ ਸਕਦਾ ਹੈ, ਵਾਪਸ ਆ ਸਕਦਾ ਹੈ, ਭੁਲੇਖਾ ਲੱਗ ਵੀ ਸਕਦਾ ਹੈ, ਐਸੀ ਗੱਲ ਨਹੀਂ। ਸੁਣਿਆ ਸੁਣਾਇਆ ਭੁਲੇਖਾ ਲੱਗ ਸਕਦਾ ਹੈ, ਕਈਆਂ ਗੱਲਾਂ ਦੀ ਸਮਝ ਨਹੀਂ ਆਉਂਦੀ। ਤੇ ਮੈਂ ਹੁਣ ਜੋ ਇਹਦਾ ਸਾਰ ਤੁਹਾਡੇ ਨਾਲ ਸਾਂਝਾ ਕਰਾਂ ਵੀ ਇਸ ਚਰਿਤਰੂ ਪਖਿਆਨ ਬਾਣੀ ਵਿੱਚ ਅੱਗੇ ਸਾਰੀ ਕਾਮ ਦੀਆਂ ਕਹਾਣੀਆਂ ਦੀ ਵਿਆਖਿਆ ਕਰਕੇ ਤੇ ਗੁਰੂ ਸਾਹਿਬ ਨੇ ਅਖੀਰ ਤੇ ਫਿਰ ਇਹ ਬਾਣੀ ਲਿਖੀ ਚੌਪਈ ਸਾਹਿਬ। ਤੇ ਇੱਕ ਗੱਲ ਸਾਨੂੰ ਸਮਝਾ ਦਿੱਤੀ, ਕਹਿਣ ਲੱਗੇ, ਗੁਰਸਿੱਖਾ, ਇਹ ਕਾਮ ਦੀ ਜਿਹੜੀ ਖੱਡ ਹੈ, ਵਾਸ਼ਨਾ ਦੀ ਜਿਹੜੀ ਖੱਡ ਹੈ, ਇਹਦੇ ਵਿੱਚੋਂ ਤੂੰ ਆਪ ਖੁਦ ਨਹੀਂ ਬਚ ਸਕਦਾ। ਆ ਚੌਪਈ ਦੇ ਰਾਹੀਂ ਇਹਦੇ ਤੋਂ ਬਚਣ ਵਾਸਤੇ ਆਪਣੇ ਰੱਬ ਦੇ ਚਰਨਾਂ ਵਿੱਚ ਅਰਦਾਸ ਕਰ। ਇਹ ਚੌਪਈ ਸਾਹਿਬ ਸਿਰਫ ਤੇ ਸਿਰਫ ਕਾਮ ਦੇ ਭਿਆਨਕ ਸ਼ਕਤੀ ਤੋਂ ਬਚਣ ਵਾਸਤੇ ਉਚਾਰੀ ਗਈ ਹੈ। ਮੈਂ ਇਹਦੇ ਤੋਂ ਮੈਨੂੰ ਬਚਾ ਲੈ। ਇਹ ਸਾਰੀ ਬਾਣੀ ਇਸ ਤਰਜ ਤੇ ਕਹੀ ਗਈ ਹੈ ਕਿ ਮੈਨੂੰ ਇਸ ਵਾਸ਼ਨਾ ਦੀ ਵਹਿੰਦੀ ਨਦੀ ਵਿੱਚੋਂ ਪਾਰ ਕਰ ਲੈ। ਇਹ ਭਵ ਸਾਗਰ ਹੈ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਮੈਂ ਅਜਾਨ ਜਨ ਤਰਬੇ ਨਾ ਜਾਨੋ, ਮੋਕੋ ਬਾਂਹ ਦੇ ਬਾਪ ਬੀਠਲਾ। ਅਰਦਾਸ ਕੀਤੀ ਗਈ ਹੈ। ਇਹਦੇ ਅੰਦਰ ਵਾਰ-ਵਾਰ ਗੁਰੂ ਸਾਹਿਬ ਨੇ ਆਪਣੀ ਰੱਖਿਆ ਕਰਨ ਦੀ ਗੱਲ ਕੀਤੀ। ਔਰ ਇਸ ਬਾਣੀ ਦੇ ਵਿੱਚ ਪਿੱਛੇ ਜਿੰਨੀਆਂ ਕਹਾਣੀਆਂ ਨੇ, ਉਹਨਾਂ ਵਿੱਚ ਵਰਤੀਆਂ ਭਿਆਨਕ ਘਟਨਾਵਾਂ ਨੂੰ ਵੇਖ ਕੇ ਜਦੋਂ ਮਨੁੱਖ ਘਬਰਾ ਕੇ ਕਹਿੰਦਾ ਹੈ ਵੀ ਇਹ ਤੇ ਵਾਸ਼ਨਾ ਬੜੀ ਜ਼ਬਰਦਸਤ ਹੈ, ਮੈਂ ਖੁਦ ਇਹਦੇ ਤੋਂ ਨਹੀਂ ਬਚ ਸਕਦਾ, ਮੇਰਾ ਬਲ ਤੇ ਗਿਆਨ ਇਹਦੇ ਤੋਂ ਨਹੀਂ ਮੈਨੂੰ ਬਚਾ ਸਕਦਾ, ਉਸ ਵੇਲੇ ਇਹ ਕਬਿਓ ਬਾਚ ਬੇਨਤੀ ਚੌਪਈ ਬਾਣੀ ਸ਼ੁਰੂ ਹੁੰਦੀ ਹੈ ਤੇ ਸਿੱਖ ਅਰਦਾਸ ਕਰਦਾ, ਮੈਨੂੰ ਇਹਦੇ ਤੋਂ ਬਚਾ। ਇਸ ਬਾਣੀ ਦਾ ਅਸਥਾਨ ਇਸ ਚਰਿਤਰੋ ਪਖਿਆਨ ਵਿੱਚ ਇਸ ਵਾਸਤੇ ਹੈ ਕਿ ਇੱਕ ਗੁਰਸਿੱਖ ਆਪਣੇ ਜੀਵਨ ਵਿੱਚ
ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਣ ਵਾਸਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰੇ। ਹੁਣ ਮੈਂ ਬਾਣੀ ਵਿੱਚੋਂ ਕੁਝ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂ, ਕਿਉਂਕਿ ਕਈ ਵਾਰੀ ਅਸੀਂ ਕਹਿੰਦੇ ਹਾਂ ਇਹ ਠੀਕ ਹੈ, ਗੁਰੂ ਸਾਹਿਬ ਨੇ ਸਾਨੂੰ ਗਿਆਨ ਦੀ ਬਖਸ਼ਿਸ਼ ਕੀਤੀ ਹੈ, ਰਾਹ ਦੱਸਿਆ, ਪਰ ਮੈਂ ਬੇਨਤੀ ਕਰਾਂ ਇਹ ਗੱਲਾਂ ਨੇ ਸਿਰਫ, ਨਾ ਇਹਦੇ ਤੋਂ ਰਿਸ਼ੀ ਬਚੇ ਨੇ ਇਸ ਵਾਸ਼ਨਾ ਤੋਂ, ਨਾ ਵੱਡੇ ਵੱਡੇ ਧੂਣੀਆਂ ਤਪਾਉਣ ਵਾਲੇ ਤਪੀਸਰ ਬਚੇ ਨੇ। ਜਪੀਆਂ ਨੇ ਇਹਦੇ, ਜਪੀਆਂ ਦੇ ਗਲੇ ਵਿੱਚ ਵੀ ਇਸ ਕਾਮ ਨੇ ਰੱਸੀ ਪਾਈ ਏ। ਵੱਡੇ ਵੱਡੇ ਨਾ ਸੇਵਾਦਾਰ ਬਚੇ ਨੇ, ਕੋਈ ਵੀ ਨਾ ਕੋਈ ਅੱਖਰਾਂ ਦਾ ਗਿਆਨਵਾਨ ਇਹਦੇ ਤੋਂ ਬਚਿਆ। ਇਹਦੇ ਤੋਂ ਬਚਿਆ ਤੇ ਸਿਰਫ ਉਹ ਜਿਹਨੇ ਆਪਣਾ ਆਪ ਛੱਡ ਕੇ ਗੁਰੂ ਕੇ ਚਰਨਾਂ ਵਿੱਚ ਅਰਦਾਸ ਕੀਤੀ। ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਸਾਂਝਾ ਕਰਾਂ, ਉਹਨਾਂ ਨੇ ਇਸੇ ਮਨੁੱਖੀ ਜੀਵਨ ਦੀ ਕਹਿ ਲਓ ਕਮਜ਼ੋਰੀ, ਵਾਸ਼ਨਾ ਦਾ ਜ਼ਿਕਰ ਇੱਕ ਸ਼ਬਦ ਵਿੱਚ ਕੀਤਾ ਹੈ। ਇੱਥੇ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ, ਇਹ ਜਿਹੜਾ ਵਿਕਾਰ ਹੈ ਮਨੁੱਖੀ ਮਨ ਵਿੱਚ ਤੇ ਸਰੀਰ ਵਿੱਚ ਕੁਦਰਤੀ ਤੌਰ ਤੇ ਹੈ, ਕਿਉਂਕਿ ਇਹਦੇ ਤੋਂ ਸੰਸਾਰ ਦੀ ਪੈਦਾਇਸ਼ ਹੈ, ਸੰਸਾਰ ਅੱਗੇ ਵੱਧਦਾ। ਉੱਥੇ ਰਵਿਦਾਸ ਜੀ ਨੇ ਇੱਕ ਸ਼ਬਦ ਵਿੱਚ ਅਰਦਾਸ ਕੀਤੀ ਤੇ ਕਈ ਉਦਾਹਰਨਾਂ ਦਿੱਤੀਆਂ ਨੇ, ਰੱਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਇਉਂ ਕਹਿ ਲਵੋ ਵੀ ਚੌਪਈ ਸਾਹਿਬ ਜਿਹੜੀ ਬਾਣੀ ਹੈ ਗੁਰੂ ਗੋਬਿੰਦ ਸਿੰਘ ਨੇ ਉਚਾਰੀ ਹੈ, ਤੇ ਇਹ ਸ਼ਬਦ ਭਗਤ ਰਵਿਦਾਸ ਜੀ ਨੇ ਉਚਾਰਿਆ। ਇਹ ਦੋਵੇਂ ਇੱਕੋ ਵਿਚਾਰਧਾਰਾ ਤੇ ਉਚਾਰੀਆਂ ਹੋਈਆਂ ਬਾਣੀਆਂ ਨੇ, ਭਗਤ ਰਵਿਦਾਸ ਜੀ ਦਾ ਸ਼ਬਦ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਚੌਪਈ ਸਾਹਿਬ। ਇੱਧਰ ਗੁਰੂ ਸਾਹਿਬ ਕਹਿੰਦੇ ਨੇ ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਦੂਜੇ ਪਾਸੇ ਭਗਤ ਰਵਿਦਾਸ ਜੀ ਕਹਿੰਦੇ ਨੇ ਨਾਥ ਕਛੂ ਨਾ ਜਾਨੋ, ਮਨ ਮਾਇਆ ਕੇ ਹਾਥ ਬਿਕਾਨੋ। ਹੇ ਨਾਥ, ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਕੁਝ ਨਹੀਂ ਜਾਣਦਾ, ਮੇਰੇ ਕੋਲ ਕੋਈ ਗਿਆਨ ਨਹੀਂ ਰਿਹਾ, ਕਿਉਂਕਿ ਅੰਦਰ ਇੰਨੀ ਵਾਸ਼ਨਾ ਦਾ ਹੜ੍ਹ ਆ ਗਿਆ, ਉਹਨੇ ਗਿਆਨ ਨੂੰ ਲਾ ਕੇ ਪਾਸੇ ਰੱਖ ਦਿੱਤਾ ਤੇ ਬਾਅਦ ਵਿੱਚ ਹੀ ਚੇਤਾ ਹੁੰਦਾ ਵੀ ਇਹ ਕੀ ਕਰਨਾ ਸੀ। ਬਾਅਦ ਵਿੱਚ ਬੰਦਾ, ਗਿਆਨ ਜਿਹੜਾ ਹੈ ਬੁੱਧੀ ਦੇ ਅੰਦਰ ਰਹਿੰਦਾ, ਤੇ ਜਿੰਨੇ ਵੀ ਵਿਸ਼ੇ ਵਿਕਾਰ ਨੇ ਸਭ ਤੋਂ ਪਹਿਲਾਂ ਬੁੱਧੀ ਨੂੰ ਭ੍ਰਿਸ਼ਟ ਕਰਦੇ ਨੇ। ਬੁੱਧੀ ਮਾਰੀ ਗਈ, ਅੰਦਰ ਭ੍ਰਿਸ਼ਟ ਹੋ ਗਿਆ, ਬੁੱਧੀ ਨੇ ਕੰਮ ਕਰਨਾ ਛੱਡ ਦਿੱਤਾ, ਤੇ ਜਦੋਂ ਬੁੱਧੀ ਨਾ ਰਹੀ ਉਦੋਂ ਗਿਆਨ ਕਿੱਥੇ ਰਹੇਗਾ, ਸਮਝ ਕਿੱਥੇ ਰਹੇਗੀ। ਔਰ ਇੱਥੋਂ ਤੱਕ ਗੁਰੂ ਸਾਹਿਬ ਨੇ ਕਹਿ ਦਿੱਤਾ ਹੈ, ਕਹਿੰਦੇ ਕੱਲੇ ਗਿਆਨ ਤੇ ਭਰੋਸਾ ਨਾ ਕਰੀ। ਇੱਕ ਤਾਂ ਹੁੰਦਾ ਵੀ ਚੇਤਾ ਭੁੱਲ ਗਿਆ ਸੀ, ਗੁਰੂ ਨੇ ਦੱਸਿਆ ਸੀ, ਯਾਦ ਵਿੱਚੋਂ ਨਿਕਲ ਗਿਆ, ਚੇਤੇ ਵਿੱਚੋਂ ਨਿਕਲਿਆ ਤੇ ਤਾਂ ਮੈਂ ਗਲਤ ਪਾਸੇ ਚਲਾ ਗਿਆ। ਕਬੀਰ ਜੀ ਨੇ ਕਿਹਾ ਇਹ ਵੀ ਗੱਲ ਨਹੀਂ, ਤੂੰ ਇਹ ਵੀ ਨਾ ਕਹੀਂ ਮੈਨੂੰ ਚੇਤਾ ਭੁੱਲ ਗਿਆ। ਗੁਰੂ ਅੱਗੇ ਇਹ ਕਹਿ ਵੀ ਮੈਨੂੰ ਚੇਤਾ ਵੀ ਹੁੰਦਾ ਹੈ, ਮੈਨੂੰ ਨਾਲੋਂ ਨਾਲ ਪਤਾ ਵੀ ਹੁੰਦਾ ਹੈ, ਪਰ ਮੇਰੇ ਅੰਦਰ ਉਹ ਗਿਆਨ ਕੰਮ ਨਹੀਂ ਕਰਦਾ। ਕਬੀਰ ਜੀ ਦਾ ਬਚਨ ਹੈ, ਕਬੀਰ ਮਨ ਜਾਣਤ ਸਭ ਬਾਤ, ਮਨ ਸਭ ਕੁਝ ਨਾਲੋਂ ਨਾਲ ਸਮਝੀ ਜਾਂਦਾ ਹੈ, ਪਤਾ ਵੀ ਹੈ। ਮਨ ਜਾਣਤ ਸਭ ਬਾਤ, ਜਾਣਤ ਹੀ ਔਗੁਣ ਕਰੈ, ਜਾਣਦਿਆਂ ਹੋਇਆਂ ਫਿਰ ਕਰਦਾ ਔਗੁਣ। ਕਾਹੀ ਕੀ ਕੁਸ਼ਲਾਤ, ਕੁਸ਼ਲਾਤ ਦਾ ਅਰਥ ਹੁੰਦਾ ਕੁਸ਼ਲਤਾ, ਗਿਆਨ ਹੋਣਾ। ਕਹਿੰਦੇ ਸਾਡਾ ਗਿਆਨ ਕਿੱਧਰ ਦਾ ਹੈ, ਜਿਹੜਾ ਪਤਾ ਹੁੰਦਿਆਂ ਵੀ ਅਸੀਂ ਸਿੱਧੇ ਰਾਹ ਤੇ ਨਹੀਂ ਜਾ ਸਕਦੇ। ਕਾਹੀ ਕੀ ਕੁਸ਼ਲਾਤ, ਹਾਥ ਦੀਪ ਕੂਵੇਂ ਪਰੈ। ਕਿਸੇ ਮਨੁੱਖ ਦੇ ਹੱਥ ਵਿੱਚ ਦੀਵਾ ਹੋਵੇ ਤੇ ਉਹ ਰਾਹ ਵਿੱਚ ਚੰਗੀ ਤਰ੍ਹਾਂ ਦੀਵੇ ਨਾਲ ਵੇਖ ਕੇ ਵੀ ਆਹ ਸਾਹਮਣੇ ਖੂਹ ਹੈ, ਝਾਤੀ ਮਾਰੇ ਵਿੱਚੋਂ ਚੰਗੀ ਤਰ੍ਹਾਂ ਖੂਹ ਨੂੰ ਵੇਖੇ ਤੇ ਚਾਨਣ ਕਰਕੇ ਵਿੱਚ ਛਾਲ ਮਾਰੇ ਉਹਦੇ। ਇਹ ਹਾਲਾਤ ਮਨੁੱਖ ਦੀ, ਕਿਉਂਕਿ ਬਲ ਕੰਮ ਨਹੀਂ ਕਰਦਾ। ਇੱਥੇ ਗੁਰੂ ਦੀ ਲੋੜ ਹੀ ਤਾਂ ਹੈ। ਤੁਸੀਂ ਬਾਣੀ ਪੜ੍ਹੋਗੇ, ਬਾਣੀ ਦੇ ਵਿੱਚ ਵਾਰ-ਵਾਰ ਆਏਗਾ ਗੁਰਪ੍ਰਸਾਦ। ਗੁਰਪ੍ਰਸਾਦ ਦਾ ਅਰਥ ਕੀ ਹੈ? ਗੁਰੂ ਦੀ ਕਿਰਪਾ। ਤਵ ਪ੍ਰਸਾਦ, ਤਵ ਪ੍ਰਸਾਦ ਦਾ ਅਰਥ ਹੈ ਤੇਰੀ ਕਿਰਪਾ। ਇਹਦਾ ਮਤਲਬ ਮੈਂ ਕੁਝ ਨਹੀਂ ਕਰ ਸਕਦਾ। ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਵੀ ਨਾਲ ਸਾਂਝਾ ਕਰਦੇ, ਜਿਹੜਾ ਇਸ ਅਰਦਾਸ ਵਿਕਾਰਾਂ ਤੋਂ ਬਚਣ ਦੀ ਅਰਦਾਸ ਦਾ ਜ਼ਿਕਰ ਜਿਹਦੇ ਵਿੱਚ ਆਉਂਦਾ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਕੰਚਨ ਨਾਰੀ ਮੈਂ ਜਿਉ ਲੁਭਤ ਹੈ, ਮੋਹ ਮੀਠਾ ਮਾਇਆ। ਇਹ ਹੈ ਮਿੱਠਾ ਹੀ, ਸੰਸਾਰ ਦਾ ਮੋਹ ਬਹੁਤ ਮਿੱਠਾ ਹੈ। ਕੰਚਨ, ਕੰਚਨ ਦਾ ਅਰਥ ਹੈ ਸੋਨਾ,
नारी मैं इस्त्री दे विच जियो लुबध है, मेरा मन लिबड़िया होया है। मोह मीठा माया घर मंदिर, घोड़े खुशी मन अनरस लाया। हुण एक तरह की बीमारी थोड़ी है, मैलों कई प्रकार दियां ने, पानी तो कला ही है ना धोण वाला। घर मंदिर घोड़े खुशी मन अनरस लाया, हर प्रभ चित न आयो, क्यों छूटा मेरे हर राया। मेरे राम यह नीच कर्म हर मेरे। ਇਹਦੇ ਵਿੱਚ ਅਰਦਾਸ ਕੀਤੀ ਗਈ ਹੈ ਤੇ ਆਪਣੇ ਅਵਗੁਣ ਕਬੂਲ ਕੀਤੇ ਗਏ ਨੇ, ਗੁਰੂ ਦੇ ਅੱਗੇ ਨਸ਼ਰ ਕੀਤੇ ਗਏ ਨੇ। ਮੇਰੇ ਵਿੱਚ ਕਿਹੜੇ ਕਿਹੜੇ ਅਵਗੁਣ? ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਲ। ਪਰ ਤੇਰੇ ਵਿੱਚ ਇੱਕ ਗੁਣ ਹੈ, ਤੇਰਾ ਇੱਕ ਸੁਭਾਅ ਹੈ, ਤੂੰ ਕਿਰਪਾ ਕਰ ਦੇਣਾ ਹੈ। ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਤੇ ਰਵਿਦਾਸ ਜੀ ਦਾ ਸ਼ਬਦ ਕਹਿ ਰਿਹਾ ਸਾਂ, ਜਿਹਦੇ ਵਿੱਚ ਉਹ ਕਹਿੰਦੇ ਨੇ, ਨਾਥ ਕਛੂ ਨਾ ਜਾਨੋ, ਇੱਥੇ ਕੋਈ ਗਿਆਨ ਨਹੀਂ ਕੰਮ ਕਰਦਾ। ਮਨ ਮਾਇਆ ਕੇ ਹਾਥ ਬਿਕਾਨੋ, ਤੁਮ ਕਈਅਤ ਹੋ ਜਗਤ ਗੁਰ ਸੁਆਮੀ, ਹਮ ਕਈਅਤ ਕਲਯੁਗ ਕੇ ਕਾਮੀ। ਤੁਹਾਨੂੰ ਸੰਸਾਰ ਦੇ ਮਾਲਕ ਕਹੀਦਾ ਹੈ ਤੇ ਸਾਡੀ ਜਿਹੜੀ ਅਵਸਥਾ ਹੈ, ਅਸੀਂ ਕਲਯੁਗ ਦੇ ਕਾਮੀ ਹਾਂ। ਕਾਮ ਸਾਡੇ ਵਿੱਚ ਭਰਿਆ ਹੋਇਆ, ਵਾਸ਼ਨਾ ਭਰਪੂਰ ਹੈ। ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਇਹਨਾਂ ਪੰਜ ਵੈਰੀਆਂ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਕਹਿ ਰਹੇ ਨੇ, ਹਮਰੇ ਦੁਸ਼ਟ ਸਭੈ ਤੁਮ ਘਾਵੋ। ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਮੇਰੇ ਮਨ ਨੂੰ ਇਹਨੇ ਵਿਗਾੜ ਦਿੱਤਾ ਹੈ। ਆਪਾਂ ਕਹਿੰਦੇ ਨਾ ਫਲਾਣਾ ਵਿਗੜ ਗਿਆ। ਵਿਗੜਨ ਦਾ ਮਤਲਬ ਹੈ ਵੀ ਕਹਿ ਤੋਂ ਬਾਹਰ ਹੋ ਗਿਆ। ਇਹਨਾਂ ਪੰਜ ਵਿਕਾਰਾਂ ਨੇ ਮੇਰੇ ਮਨ ਨੂੰ ਮੇਰੇ ਕਹਿ ਤੋਂ ਬਾਹਰ ਕਰ ਦਿੱਤਾ ਹੈ। ਇਨ ਪੰਚਨ ਮੇਰੋ ਮਨ ਜੋ ਵਿਕਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਇੱਕ ਇੱਕ ਪਲ ਜਦੋਂ ਮੈਂ ਜੁੜਨ ਦਾ ਯਤਨ ਕਰਨਾ, ਜਦੋਂ ਮੈਂ ਕੋਸ਼ਿਸ਼ ਕਰਨਾ, ਤੇ ਇੱਕ ਇੱਕ ਪਲ ਬਾਅਦ ਇਹ ਮੈਨੂੰ ਤੋੜਨ ਦਾ ਯਤਨ ਕਰਦੇ ਨੇ। ਇੱਥੇ ਧਿਆਨ ਦੇਣਾ, ਇੱਥੇ ਦੋ ਵਾਰੀ ਸ਼ਬਦ ਵਰਤਿਆ, ਪਲ ਪਲ। ਅੱਖ ਝਮਕਣ ਜਿੰਨਾ ਸਮਾਂ ਆਉਂਦਾ ਹੈ। ਇਹ ਬਚਨ ਬਹੁਤ ਡੂੰਘਾ ਹੈ ਕਿ ਇੱਕ ਇੱਕ ਪਲ ਬਾਅਦ ਮੈਨੂੰ ਤੋੜਦੇ ਨੇ। ਤੁਸੀਂ ਕਦੀ ਬਹਿਣਾ, ਗੁਰਸਿੱਖ ਜਦੋਂ ਅਭਿਆਸ ਕਰਦਾ ਹੈ, ਬਾਣੀ ਪੜ੍ਹੇ ਜਾਂ ਮੂਲ ਮੰਤਰ ਜਾਂ ਗੁਰਮੰਤਰ, ਕਿਸੇ ਵੀ ਚੀਜ਼ ਦਾ ਅਭਿਆਸ ਕਰਨ ਲਈ ਬਵੇਗਾ ਤੇ ਉੱਥੇ ਮਨ ਜਿਹੜਾ ਵਿਕਾਰਾਂ ਦੀ ਪੱਖ ਵਿੱਚ ਪਿਆ ਹੋਇਆ, ਦੋ ਚੀਜ਼ਾਂ ਦੀ ਵਰਤੋਂ ਕਰੇਗਾ। ਉਹਦੇ ਵਿੱਚ ਪਹਿਲੀ ਚੀਜ਼ ਦੀ ਵਰਤੋਂ ਕਰੇਗਾ ਕਿ ਉਹਦੇ ਖਿਆਲ ਬੜੇ ਤੇਜ਼ ਹੋਣਗੇ। ਜਦੋਂ ਆਦਮੀ ਬਵੇਗਾ ਇੱਕਦਮ ਖਿਆਲ ਆਉਣਗੇ, ਜਾਂ ਤੇ ਉਹਦੇ ਵਿੱਚ ਕਾਮ ਦੇ ਖਿਆਲ ਆਉਣਗੇ ਬਹੁਤੇ। ਇਹ ਜਿਹੜੀਆਂ ਗੱਲਾਂ ਨੇ, ਵੇਖੋ ਆਪਾਂ ਕਰਦੇ ਤਾਂ ਨਹੀਂ, ਇਹ ਜੀਵਨ ਦੇ ਅੰਦਰ ਇੱਕ ਜ਼ਹਿਰ ਵਾਂਗੂ ਭਰੀਆਂ ਰਹਿੰਦੀਆਂ। ਇਹ ਮਨ ਦਾ ਇੱਕ ਤਰੀਕਾ ਹੈ ਤੋੜਨ ਦਾ, ਜਿਹਨੂੰ ਰਵਿਦਾਸ ਜੀ ਕਹਿੰਦੇ ਪਲ ਪਲ, ਇੱਕ ਇੱਕ ਪਲ ਬਾਅਦ ਇੱਕ ਨਵਾਂ ਖਿਆਲ ਆਉਂਦਾ ਹੈ, ਵਿਚਾਰ ਆਉਂਦੇ। ਸਭ ਤੋਂ ਪਹਿਲਾ ਟਾਕਰਾ ਹੀ ਗੁਰਸਿੱਖ ਦਾ ਵਿਚਾਰਾਂ ਨਾਲ ਹੀ ਹੁੰਦਾ ਹੈ, ਕਿਉਂਕਿ ਜਿਉਂ ਹੀ ਬੈਠੇ ਵਿਚਾਰਾਂ ਦੀ ਨਦੀ ਇੱਕਦਮ ਵਹਿਣ ਲੱਗ ਪਈ, ਤੇਜ਼ ਹੋ ਗਈ। ਹੁਣ ਉੱਥੇ ਕਬੀਰ ਜੀ ਨੇ ਕਿਹਾ ਕਿ ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ। ਹੁਣ ਇਹਨਾਂ ਵਿਚਾਰਾਂ ਨੂੰ ਤੂੰ ਵੇਖ ਕਿੱਥੋਂ ਆ ਰਿਹਾ। ਜੇ ਤੇ ਤੂੰ ਇਹਨਾਂ ਨਾਲ ਸਹਿਮਤ ਹੋ ਕੇ ਤੁਰ ਪਿਆ, ਜਿੱਧਰ ਇਹ ਵਿਚਾਰ ਤੈਨੂੰ ਲੈ ਕੇ ਗਏ, ਨਾਲ ਵਹੀ ਗਏ, ਫਿਰ ਤੇ ਤੂੰ ਹੋ ਗਿਆ ਇਹਨਾਂ ਦਾ ਗੁਲਾਮ। ਤੇ ਜੇ ਵਿਚਾਰ ਉੱਥੇ ਆਏ ਤੇ ਤੂੰ ਅੱਗੇ ਖੜਾ ਹੋ ਗਿਆ ਵੀ ਇਹ ਵਿਚਾਰ ਕਿੱਧਰੋਂ ਆਇਆ, ਮੈਂ ਇਹਦੇ ਨਾਲ ਨਹੀਂ ਤੁਰਨਾ, ਮੈਂ ਇਹਦੇ ਨਾਲ ਸਹਿਮਤ ਨਹੀਂ। ਉੱਥੇ ਯੁੱਧ ਸ਼ੁਰੂ ਹੋ ਗਿਆ, ਉੱਥੇ ਲੜਾਈ ਸ਼ੁਰੂ ਹੋ ਗਈ, ਤੇ ਨਾਲ ਜਪ ਚੱਲ ਰਿਹਾ ਸਿੱਖ ਦਾ, ਵਿਚਾਰਾਂ ਦੇ ਨਾਲ ਖਈ ਜਾਂਦਾ, ਤਲਵਾਰਾਂ ਖੜਕਦੀਆਂ ਨੇ। ਇਹਨੂੰ ਕਿਹਾ ਖੇਤ ਜੋ ਮਾਂਡਿਓ ਸੂਰਮਾ। ਹੁਣ ਸੂਰਮਾ ਇਸ ਖੇਤ ਦੇ ਵਿੱਚ ਮੰਡ ਗਿਆ, ਲੜਾਈ ਸ਼ੁਰੂ ਹੋ ਗਈ, ਯੁੱਧ ਸ਼ੁਰੂ ਹੋ ਗਿਆ। ਅਬ ਜੂਝਣ ਕੋ ਦਾਓ, ਜਾਂ ਕੋ ਹਰ ਰੰਗ ਲਾਗੋ, ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ। ਸੂਰਮਾ ਤੇ ਇੱਥੇ ਖੜਾ ਹੈ। ਇੱਥੋਂ ਪਤਾ ਲੱਗਦਾ ਹੈ ਇੱਕ ਵਿਚਾਰ ਉੱਠਿਆ ਜਿਹੜਾ ਨਾਲ ਖਿੱਚ ਕੇ ਲੈ ਕੇ ਚੱਲਾ ਸੀ, ਉਹਨੂੰ ਇਨਕਾਰ ਕਰ ਦਿੱਤਾ, ਤੇਰੇ ਨਾਲ ਨਹੀਂ ਜਾਣਾ, ਤੇਰੇ ਨਾਲ ਮੈਂ ਸਹਿਮਤ ਹੈ ਨਹੀਂ। ਸਭ ਤੋਂ ਪਹਿਲਾ ਟਾਕਰਾ ਗੁਰਸਿੱਖ ਦਾ ਵਿਚਾਰਾਂ ਨਾਲ ਹੋਏਗਾ, ਤੇ ਵਾਰੀ-ਵਾਰੀ ਆਉਣਗੇ। ਪਹਿਲੇ ਕਾਮ ਦੇ ਵਿਚਾਰ ਆਉਣਗੇ, ਜੇ ਸਿੱਖ ਉਹਨਾਂ ਨਾਲ ਸਹਿਮਤ ਨਾ ਹੋਇਆ, ਵੈਸੇ ਹੋ ਜਾਂਦਾ ਤਕਰੀਬਨ, ਜੇ ਸੰਗਤ ਨਾ ਹੋਵੇ,
ਜੇ ਉਹਦੇ ਨਾਲ ਸਹਿਮਤ ਨਾ ਹੋਇਆ ਤੇ ਅੰਦਰ ਇੱਕ ਤਪਸ਼ ਪੈਦਾ ਹੋਏਗੀ, ਕਿਉਂਕਿ ਸੰਘਰਸ਼ ਚੱਲੇਗਾ ਨਾ ਮਨ ਵਿੱਚ। ਉਧਰੋਂ ਵਿਚਾਰ ਉੱਠਣਗੇ ਤੇ ਗੁਰਸਿੱਖ ਕਹੇਗਾ ਮੈਂ ਨਹੀਂ ਇਹਦੇ ਨਾਲ ਸਹਿਮਤ। ਹੁਣ ਦੂਸਰੇ ਜਿਹੜੇ ਵਿਚਾਰ ਆਉਣੇ ਨਾ ਕ੍ਰੋਧ ਵਾਲੇ ਆਉਣਗੇ। ਜਦੋਂ ਇਹ ਕਾਮ ਵਾਲੇ ਹਟ ਜਾਣਗੇ ਨਾ, ਫਿਰ ਕ੍ਰੋਧ ਵਾਲੇ ਆਉਣਗੇ। ਤੇ ਜਿੰਨੇ ਲੋਕ ਸਾਡੇ ਨਾਲ ਝਗੜਦੇ ਰਹੇ ਨੇ, ਲੜਦੇ ਰਹੇ ਨੇ, ਪਰਿਵਾਰ ਵਿੱਚ ਜਾਂ ਫੀਲਡ ਦੇ ਅੰਦਰ ਕਿਸੇ ਵੀ ਥਾਂ ਤੇ, ਉਹ ਸਾਰੇ ਵਾਰ-ਵਾਰ ਸਾਡੇ ਅੱਗਿਓਂ ਦੀ ਲੰਘਣਗੇ ਤੇ ਪੁਰਾਣੀਆਂ ਸਾਰੀਆਂ ਗੱਲਾਂ ਆਉਣਗੀਆਂ ਨੇ ਮੈਨੂੰ ਇਹ ਕਿਹਾ ਸੀ। ਫਿਰ ਕ੍ਰੋਧ ਆਵੇਗਾ। ਹੁਣ ਕ੍ਰੋਧ ਆਉਣਾ ਸ਼ੁਰੂ ਹੋ ਜਾਏਗਾ। ਹੁਣ ਕ੍ਰੋਧ ਦੀ ਵਾਰੀ ਆ ਜਾਏਗੀ। ਜੇ ਕੋਈ ਇਹਨੂੰ ਵੀ ਸਰ ਕਰ ਗਿਆ, ਫਿਰ ਇਹਦੇ ਤੋਂ ਅੱਗੇ ਮਾਇਆ ਸ਼ੁਰੂ ਹੁੰਦੀ ਹੈ, ਲੋਭ ਦੀ ਮਾਇਆ ਵਾਪਰਦੀ ਹੈ। ਫਿਰ ਬੰਦੇ ਦੀ ਤ੍ਰਿਸ਼ਨਾ ਦੇ ਭਾਂਬੜ ਅੰਦਰ ਉੱਠਦੇ ਨੇ। ਇਹ ਇੰਨੀਆਂ ਰਾਹ ਵਿੱਚ ਰੁਕਾਵਟਾਂ ਨੇ। ਤੇ ਜਦੋਂ ਇਹਨਾਂ ਸਾਰੀਆਂ ਨੂੰ ਕੋਈ ਪਾਰ ਕਰ ਜਾਂਦਾ ਹੈ, ਉੱਥੇ ਫਿਰ 4 ਪ੍ਰਕਾਰ ਦੀ ਮਾਇਆ ਗੁਰੂ ਸਾਹਿਬ ਨੇ ਲਿਖੀ ਸ੍ਰੀ ਰਾਗ ਦੇ ਸ਼ਬਦ ਦੇ ਵਿੱਚ। ਪਹਿਲੀ ਮਾਇਆ ਹੈ ਮੋਤੀ ਤਾਂ ਮੰਦਰ ਉਸਰੈ। ਮਾਇਆ ਆਉਣੀ ਸ਼ੁਰੂ ਹੋ ਜਾਂਦੀ ਹੈ, ਪੰਡਾ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਜਿਹੜੀ ਦੂਜੀ ਮਾਇਆ ਹੈ, ਜਿਹਨੂੰ ਚੇਤਨ ਮਾਇਆ ਕਹਿੰਦੇ ਨੇ, ਜਿਹੜੀ ਵੈਸੇ 4 ਪ੍ਰਕਾਰ ਦੀ ਮਾਇਆ ਮੰਨੀ ਹੈ ਵਿਦਵਾਨਾਂ ਨੇ। ਜੜ ਮਾਇਆ, ਜੜ ਦਾ ਅਰਥ ਹੈ ਜਿਹੜੀ ਜਿਹਦਾ ਮੁੱਲ ਹੈ ਪਰ ਖੜੀ ਹੋਈ ਹੈ, ਉਹਦੇ ਵਿੱਚ ਜਿੰਦ ਨਹੀਂ। ਜਿਵੇਂ ਮਕਾਨ ਹੈ, ਗੱਡੀ ਹੈ, ਪੱਖਾ ਹੈ, ਕੱਪੜੇ ਨੇ ਬਹੁਤ ਮਹਿੰਗੇ, ਇਹਨੂੰ ਕਹਿੰਦੇ ਨੇ ਜੜ ਮਾਇਆ। ਜੇ ਗੁਰਸਿੱਖ ਇਹਦੇ ਤੋਂ ਪਾਰ ਜਾਂਦਾ ਤੇ ਅੱਗੇ ਆਉਂਦੀ ਚੇਤਨ ਮਾਇਆ। ਚੇਤਨ ਮਾਇਆ ਤੋਂ ਬਚਣ ਵਾਸਤੇ ਚੌਪਈ ਉਚਾਰਨ ਕੀਤੀ। ਚੇਤਨ ਮਾਇਆ ਦਾ ਅਰਥ ਹੈ ਜਿਹੜੀ ਮਾਇਆ ਜਿਉਂਦੀ ਹੈ, ਸਵਾਸ ਲੈਂਦੀ ਹੈ, ਤੁਰਦੀ ਹੈ, ਸਰੀਰਕ ਵਾਸ਼ਨਾ, ਇਹਨੂੰ ਕਹਿੰਦੇ ਚੇਤਨ ਮਾਇਆ। ਜੇ ਉਹ ਇਸਤਰੀ ਹੈ ਤੇ ਉਹ ਗੁਰਮੁਖ ਹੈ, ਉਹਦੇ ਰਸਤੇ ਵਿੱਚ ਚੇਤਨ ਮਾਇਆ ਪੁਰਖ ਬਣ ਕੇ ਆਏਗਾ। ਜੇ ਉਹ ਪੁਰਸ਼ ਹੈ ਤੇ ਉਹਦੇ ਰਸਤੇ ਵਿੱਚ ਚੇਤਨ ਮਾਇਆ ਇਸਤਰੀ ਆਏਗੀ। ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਉਹਨਾਂ ਨੂੰ ਇਹਦਾ ਪਤਾ ਹੈ, ਉਹ ਸਮਝਦੇ ਨੇ। ਜਿਹੜੇ ਇਕੱਲੇ ਇਕੱਲੇ ਤੁਰਦੇ ਨੇ ਤੇ ਚੌਥੇ ਦਿਨ ਫਿਰ ਉਹਦਾ ਨਤੀਜਾ ਨਿਕਲ ਜਾਂਦਾ ਹੈ। ਇਹ ਤਾਂ ਕਬੀਰ ਜੀ ਨੇ ਕਿਹਾ ਸਾਧੂ ਕੀ ਸੰਗਤ ਰਹੋ, ਹੋਰ ਕੋਈ ਰਾਹ ਨਹੀਂ। ਜੇ ਤੂੰ ਇਸ ਰਾਹ ਤੇ ਤੁਰਨਾ ਐਵੇਂ ਨਾ ਇਕੱਲੇ ਹੀ ਸ਼ੁਰੂ ਕਰ ਲਈ, ਉਹਦੇ ਤੋਂ ਬਿਨਾਂ ਤੂੰ ਸਿੰਪਲ ਆਦਮੀ ਠੀਕ ਹੈ, ਸਧਾਰਨ। ਆਪਣਾ 2-4 ਵਾਰੀ ਸਤਨਾਮ ਵਾਹਿਗੁਰੂ ਕਿਹਾ, ਮੱਥਾ ਟੇਕਿਆ, ਠੀਕ ਹੈ। ਜੇ ਸਾਧਨਾ ਵਾਲੇ ਪਾਸੇ ਤੁਰਨੇ ਨਾ, ਇਕੱਲਾ ਨਾ ਕਰੀ, ਉੱਥੇ ਕੋਈ ਵਾਹ ਨਹੀਂ ਜਾਂਦੀ। ਇੱਕ ਮੋੜ ਤੋਂ ਬਚੇਗਾ, ਅੱਗੇ 4 ਹੋਰ ਆ ਜਾਣਗੇ, ਕਿੱਧਰ ਨਿਕਲੇਗਾ। ਇੱਥੇ ਸਾਧ ਸੰਗਤ ਦੀ ਜ਼ਰੂਰਤ ਹੈ। ਚੇਤਨ ਮਾਇਆ, ਜਿਹਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁਖ ਮਣੀ ਸੋਹੈ, ਕਰੇ ਰੰਗ ਪਸਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੇ ਨਾ। ਉਹ ਚੇਤਨ ਮਾਇਆ ਤੋਂ ਬਚਣ ਵਾਸਤੇ ਚੌਪਈ ਉਚਾਰਨ ਕੀਤੀ ਗਈ। ਵਾਸ਼ਨਾ ਦੀ ਮਾਇਆ, ਕਾਮ ਦੀ ਮਾਇਆ ਜਿਹੜੀ, ਇਹ ਜਦੋਂ ਆਏਗੀ ਰਾਹ ਵਿੱਚ, ਮੈਂ ਬੇਨਤੀ ਕਰ ਰਿਹਾ ਸੀ, ਰਸਤੇ ਵਿੱਚ ਇਸ ਤਰ੍ਹਾਂ ਦੀਆਂ ਰੁਕਾਵਟਾਂ, ਤੇ ਇਹਦੇ ਤੋਂ ਅੱਗੇ ਹੈ ਰਾਜਸੀ ਮਾਇਆ। ਜਦੋਂ ਇਹਦੇ ਤੋਂ ਗੁਰਸਿੱਖ ਲੰਘੇਗਾ ਤੇ ਉਹਦੇ ਘਰ ਦੇ ਦੁਆਲੇ ਫਿਰ ਸਰਕਾਰ ਦੀਆਂ ਗੱਡੀਆਂ ਪਾਉਣੀਆਂ ਸ਼ੁਰੂ ਹੋ ਜਾਣਗੀਆਂ। ਉੱਥੇ ਵੀ ਸੁਚੇਤ ਕੀਤਾ ਗੁਰੂ ਸਾਹਿਬ ਨੇ, ਉੱਥੇ ਸੁਚੇਤ ਕੀਤਾ, ਵੇਖੀ ਇਹ ਸਵਾਰਥੀ ਲੋਕ ਨੇ, ਇਹਨਾਂ ਨੇ ਆਪਣਾ ਉੱਲੂ ਸਿੱਧਾ ਕਰਨਾ ਹੈ ਤੇ ਤੈਨੂੰ ਮਿੱਟੀ ਵਿੱਚ ਰਲਾ ਕੇ ਚਲੇ ਜਾਣਾ ਹੈ। ਇਹ ਖਿਆਲ ਤੂੰ ਰੱਖੀ, ਅਰਦਾਸ ਕਰ। ਤੇ ਸਭ ਤੋਂ ਅਖੀਰ ਤੇ ਆਉਂਦੀ ਈਸ਼ਵਰੀਏ ਮਾਇਆ। ਈਸ਼ਵਰੀਏ ਮਾਇਆ, ਜੋ ਕਹੇਗਾ ਉਹੀ ਹੋਈ ਜਾਂਦਾ, ਜੋ ਮੰਗੇਗਾ ਉਹੀ ਮਿਲੀ ਜਾਂਦਾ। ਵਾਹ 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 ਸ਼ੁਰੂ ਹੋ ਗਈ, ਸੰਤ ਹੋ ਗਏ, ਸਿੱਧ ਬਣ ਗਏ, ਇਹ ਗੱਲਾਂ ਸ਼ੁਰੂ ਹੋ ਗਈ। ਇਸ ਤਰ੍ਹਾਂ ਦੀਆਂ ਜਿੰਨੀਆਂ ਮਾਇਆਵੀ ਘਟਨਾਵਾਂ ਨੇ, ਮੈਂ ਬੇਨਤੀ ਕਰ ਰਿਹਾ ਸੀ, ਇਹ ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਸਭ ਤੋਂ ਪਹਿਲਾ ਟਾਕਰਾ ਗੁਰਸਿੱਖ ਦਾ ਵਿਚਾਰਾਂ ਨਾਲ ਹੈ। ਤੇ ਸਹਿਜੇ ਸਹਿਜੇ ਕਮਾਈ ਕਰਦਿਆਂ ਕਰਦਿਆਂ, ਜਪਦਿਆਂ ਜਪਦਿਆਂ, ਇੱਕ ਦਿਨ ਵਿਚਾਰ ਪਹਿਲਾਂ ਬਹੁਤ ਆਉਣਗੇ। ਜਿਵੇਂ ਪਹਿਲਾਂ ਬੱਦਲ ਚੜ੍ਹ ਕੇ ਆਉਂਦਾ ਤੇ ਬੜਾ ਸੰਘਣਾ, ਮੀਂਹ ਪੈ ਗਿਆ ਤੇ ਥੋੜ੍ਹਾ ਜਿਹਾ ਵਿਰਲਾ, ਤੇ ਸ਼ਾਮ ਨੂੰ ਫਿਰ 2-4 ਘੰਟਿਆਂ ਬਾਅਦ ਕੋਈ ਬੱਦਲ ਉੱਡਦਾ ਆਉਂਦਾ, ਵਿਚਾਰਾਂ ਵਿੱਚ ਕਮੀ ਆਉਣੀ ਸ਼ੁਰੂ ਹੋ ਜਾਏਗੀ। ਇਹ ਨਿਸ਼ਾਨੀ ਹੈ ਸਿੱਖ ਦੀ ਤਰੱਕੀ ਦੀ। ਕਈ ਪੁੱਛਦੇ ਨੇ ਵੀ ਅੱਗੇ ਕਿੱਧਰ ਨੂੰ ਜਾਈਏ। ਹੁਣ ਸਭ ਤੋਂ ਪਹਿਲੀ ਨਿਸ਼ਾਨੀ ਹੈ ਸਿੱਖ ਬਹਿੰਦਾ, ਉਹਦੇ ਮਨ ਵਿੱਚ ਵਿਚਾਰ ਨਹੀਂ ਆਉਂਦੇ, ਖਿਆਲ ਨਹੀਂ ਆਉਂਦੇ।
ਖਿਆਲ ਘਟ ਗਏ ਨੇ। ਇਸ ਤੋਂ ਅੱਗੇ ਫਿਰ ਜਿਹੜੀ ਅਵਸਥਾ ਹੈ ਉਹਨੂੰ ਕਿਉਂਕਿ ਜਦੋਂ ਖਿਆਲ ਹਟਣਗੇ ਨਾ ਤੇ ਦਿਮਾਗ ਨੂੰ ਆਰਾਮ ਮਿਲਣਾ ਸਦੀਆਂ ਤੋਂ ਬਾਅਦ। ਸਦੀਆਂ ਤੋਂ ਬਾਅਦ ਨਹੀਂ, ਜਨਮਾਂ ਤੋਂ ਬਾਅਦ। ਜਨਮ ਜਨਮ ਕਾ ਵਿਛੜਿਆ ਮਿਲਿਆ। ਹੁਣ ਵਿਚਾਰ ਘਟਣ ਲੱਗੇ ਨੇ, ਕਦੀ ਸਪੀਡ ਤੇ ਰੁਕੀ ਨਹੀਂ ਸੀ। ਹੁਣ ਜਦੋਂ ਵਿਚਾਰ ਘਟਣਗੇ ਤੇ ਇੱਕ ਹੋਰ ਦਸ਼ਾ ਆਵੇਗੀ, ਨੀਂਦ ਵਾਪਰਦੀ ਹੈ, ਬਹੁਤੀ ਨੀਂਦ ਆਵੇਗੀ, ਵਿੱਚ ਹੀ ਸੌਵੇਗਾ ਆਦਮੀ। ਉਹ ਕੋਈ ਬਹੁਤੀ ਮਾੜੀ ਨਹੀਂ, ਕਿਉਂਕਿ ਇਹਨੂੰ ਆਰਾਮ ਕਰ ਲੈਣਾ ਦੇਣਾ ਚਾਹੀਦਾ। ਵਿੱਚ ਕਿਤੇ ਕਿਤੇ ਵਿਚਾਰਾ ਥੱਕ ਬਹੁਤ ਗਿਆ। ਅਨੇਕ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਸੱਜਣਾ ਤੇਰੀ ਆਤਮਾ ਦੌੜ ਦੌੜ ਕੇ ਭੱਜ ਭੱਜ ਕੇ ਥੱਕ ਗਈ ਹੈ ਕਈ ਜਨਮਾਂ ਵਿੱਚ, ਹੁਣ ਆਰਾਮ ਆਉਣ ਲੱਗਾ ਹੈ। ਹੁਣ ਭਗਤ ਜਨਾਂ ਕੈ ਮਨ ਵਿਸ਼ਰਾਮ ਸ਼ੁਰੂ ਹੋਇਆ ਹੈ, ਆਰੰਭਤਾ ਹੋਈ ਹੈ ਇਸ ਦੀ। ਇਸ ਨੂੰ ਗੁਰੂ ਸਾਹਿਬ ਨੇ ਕਿਹਾ, ਥੱਕ ਗਿਆ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੈ ਦਿਸ ਭ੍ਰਮੇ ਥੱਕ, ਆਏ ਪ੍ਰਭ ਕੀ ਸ਼ਾਮ। ਜਿਉਂ ਹੀ ਵਿਸ਼ਰਾਮ ਸ਼ੁਰੂ ਹੋਇਆ, ਨਿੰਦਰਾ ਦੀ ਦੂਜੀ ਅਵਸਥਾ ਹੈ। ਫਿਰ ਗੁਰਸਿੱਖ ਸਹਿਜੇ ਸਹਿਜੇ ਇਸ ਨੀਂਦ ਵਿੱਚੋਂ ਜਾਗਣਾ ਸ਼ੁਰੂ ਕਰ ਦਿੰਦਾ ਹੈ। ਉਸ ਤੋਂ ਅੱਗੇ ਫਿਰ ਉਹਦੀ ਆਪਣੀ ਕਲਾ ਹੈ, ਕਿੱਧਰ ਨੂੰ ਜਾਂਦਾ ਹੈ। ਬਸ ਇੱਕੋ ਹੈ, ਗੁਰੂ ਦੇ ਚਰਨ ਫੜ ਕੇ ਤੁਰ, ਰਸਤੇ ਤੇ ਤੁਰਿਆ ਚੱਲ। ਤੇ ਮੈਂ ਇੱਕ ਦੋ ਉਦਾਹਰਨਾਂ ਸਾਂਝੀਆਂ ਕਰ ਰਿਹਾ ਸੀ। ਭਗਤ ਰਵਿਦਾਸ ਜੀ ਦਾ ਸ਼ਬਦ, ਉਹ ਕਹਿੰਦੇ, ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਫਿਰ ਕਹਿੰਦੇ, ਜਤ ਦੇਖੋ ਤਤ ਦੁਖ ਕੀ ਰਾਸ਼ੀ, ਅਜੂ ਨਾ ਪਤੀ ਆਏ, ਨਿਗਮ ਭੈ ਸਾਖੀ। ਨਿਗਮ ਕਹਿੰਦੇ ਨੇ ਵੇਦਾਂ ਨੂੰ, ਨਿਗਮ ਕਹਿੰਦੇ ਨੇ ਧਾਰਮਿਕ ਉਪਦੇਸ਼ ਨੂੰ, ਸਾਖੀ ਕਹਿੰਦੇ ਨੇ ਸਾਖ ਭਰਨੀ, ਸੁਣਾਉਣਾ। ਕਹਿੰਦੇ ਵੇਦਾਂ ਔਰ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਮੈਂ ਸਭ ਕੁਝ ਸੁਣਿਆ। ਨਿਗਮ ਭੈ ਸਾਖੀ ਅਜੂ ਨਾ ਪਤਿਆਏ। ਪਰ ਮੇਰਾ ਮਨ ਅਜੇ ਵੀ ਇਹ ਗੱਲਾਂ ਸੁਣ ਤੇ ਲੈਂਦਾ ਹੈ, ਪੜ੍ਹ ਵੀ ਲੈਂਦਾ ਹੈ ਤੇ ਕਹਿੰਦਾ ਵੀ ਹੈ ਵੀ ਗੱਲ ਤਾਂ ਠੀਕ ਹੈ, ਪਰ ਕਰ ਨਹੀਂ ਸਕਦਾ ਉਹਨਾਂ ਨੂੰ। ਇਹ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ, ਖਿਆਲ ਰੱਖਣਾ। ਇੱਥੇ ਉਹਨੂੰ ਸਹਾਇਤਾ ਦੀ ਲੋੜ ਹੈ। ਜਦੋਂ ਅਸੀਂ ਪੜ੍ਹਨੇ ਵੀ ਹਾਂ, ਪੜ੍ਹ ਲਿਆ ਜਾਂ ਸੁਣ ਵੀ ਲਿਆ ਜਾਂ ਬੋਲਿਆ ਵੀ ਹੈ, ਸਮਝ ਵੀ ਲਿਆ ਤੇ ਅੰਦਰੋਂ ਮਨ ਨੇ ਕਹਿ ਵੀ ਦਿੱਤਾ ਹੈ ਵੀ ਇਹ ਗੱਲ ਠੀਕ ਹੈ, ਹੁਣ ਉਹ ਹੁੰਦਾ ਨਹੀਂ ਕੰਮ ਉਸ ਤਰ੍ਹਾਂ। ਮੈਂ ਸਮਝਦਾ ਇਹਦੇ ਵਿੱਚ ਗੁਰਸਿੱਖ ਦਾ ਬਹੁਤਾ ਦੋਸ਼ ਨਹੀਂ ਰਿਹਾ, ਕਿਉਂਕਿ ਉਹਨੇ ਆਪਣੇ ਫਰਜ਼ ਪੂਰੇ ਕਰ ਦਿੱਤੇ ਨੇ। ਸੁਣਿਆ ਵੀ ਹੈ, ਸਮਝਿਆ ਵੀ ਹੈ, ਮੰਨ ਵੀ ਲਿਆ ਹੈ। ਉਹਦੇ ਅੰਦਰ ਕਿਤੇ ਅਦ੍ਰਿਸ਼ ਦੁਨੀਆ ਵਿੱਚ ਕੰਮ ਸ਼ੁਰੂ ਹੋ ਗਿਆ, ਉਸ ਕੰਮ ਨੂੰ, ਉਸ ਗੁਨਾਹ ਨੂੰ, ਉਸ ਪਾਪ ਨੂੰ ਖਤਮ ਕਰਨ ਲਈ, ਪਰ ਅਜੇ ਉਹ ਰੋਕ ਨਹੀਂ ਸਕੇਗਾ। ਇਹ ਉਹਦੀ ਮਜਬੂਰੀ ਹੈ। ਕਿਉਂਕਿ ਤੁਸੀਂ ਵੇਖਦੇ ਹੋ, ਜੇ ਕੋਈ ਗੱਡੀ 100 ਦੀ 125 ਦੀ ਸਪੀਡ ਤੇ ਜਾਂਦੀ ਹੋਵੇ, ਇਹ ਤੇ ਨੇ ਵੀ 2 ਫੁੱਟ ਦੇ ਉੱਤੇ ਜਾ ਕੇ ਉਹਦੀ ਬ੍ਰੇਕ ਲੱਗ ਜਾਏ, ਕਿਉਂਕਿ ਉਹ ਪਿੱਛੋਂ ਆ ਰਹੀ ਹੈ, ਉਹਨੂੰ ਥਾਂ ਚਾਹੀਦਾ, ਉਹਨੂੰ ਵਕਤ ਲੱਗੇਗਾ। ਮਨ ਇੱਕ ਇਸ ਤਰ੍ਹਾਂ ਦਾ ਗੋਲ ਚੱਕਰ ਹੈ ਵੀ ਬੜੀ ਤੇਜ਼ ਘੁੰਮ ਰਿਹਾ ਹੈ, ਹਰ ਇੱਕ ਖਿਆਲ ਦੇ ਵਿੱਚ ਬੜੀ ਸਪੀਡ ਵਿੱਚ ਹੈ, ਵਹੀਲ ਹੈ, ਪਹੀਆ ਹੈ। ਤਾਂ ਜਿਉਂ-ਜਿਉਂ ਘੁੰਮਦਾ, ਉਹਦੀ ਸਪੀਡ ਬੜੇ ਜਨਮਾਂ ਤੋਂ ਬਣੀ ਹੋਈ ਹੈ। ਇੱਕਦਮ ਅਸੀਂ ਸਮਝ ਤੇ ਜਾਂਦੇ ਹਾਂ, ਸਮਝ ਨਾਲ ਬ੍ਰੇਕ ਨਹੀਂ ਆਉਂਦੀ, ਉਹ ਸਮਾਂ ਲੈਂਦੀ ਹੈ। ਸਹਿਜੇ ਸਹਿਜੇ ਫਿਰ ਇਹ ਮਨ ਜਿਹੜਾ ਹੈ ਰੁਕਣਾ ਸ਼ੁਰੂ ਕਰ ਦਿੰਦਾ ਹੈ, ਮੰਨਣਾ ਸ਼ੁਰੂ ਕਰ ਦਿੰਦਾ ਹੈ। ਇਹਦੇ ਵਿੱਚ ਬਰਕਤ ਆ ਜਾਂਦੀ ਹੈ, ਇਹਦੇ ਵਿੱਚ ਤਾਕਤ ਆ ਜਾਂਦੀ ਹੈ, ਇਹਦੇ ਵਿੱਚ ਸ਼ਕਤੀ ਆ ਜਾਂਦੀ ਹੈ, ਗੁਰੂ ਦੀ ਸਹਾਇਤਾ ਹੋ ਜਾਂਦੀ ਹੈ। ਫਿਰ ਇੱਥੇ ਸੰਗਤ ਹੋਣ ਦਾ ਸਹਾਰਾ ਹੋ ਜਾਂਦਾ ਹੈ। ਰੱਬ ਦੇ ਪਿਆਰੇ ਇਹਦੇ ਸਹਾਇਕ ਬਣਦੇ ਨੇ ਇਸ ਮਨ ਨੂੰ ਖੜਾ ਕਰਨ ਵਾਸਤੇ। ਤਾਂ ਗੁਰੂ ਸਾਹਿਬ ਨੇ ਕਿਹਾ, ਸਾਧ ਸੰਗਤ ਕਰਿਆ ਕਰ। ਰਵਿਦਾਸ ਜੀ ਨੇ ਇੱਕ ਉਦਾਹਰਨ ਵੀ ਦਿੱਤੀ ਹੈ, ਬੜੀ ਪਿਆਰੀ ਉਦਾਹਰਨ ਹੈ। ਕਹਿੰਦੇ, ਜਦੋਂ ਕਿਸੇ ਨੇ ਵਪਾਰ ਕਰਨਾ ਹੋਵੇ ਨਾ, ਤੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ 500 ਕਿਲੋਮੀਟਰ ਤੇ ਕੋਈ ਮਾਲ ਲੱਦ ਕੇ ਲਿਜਾਣਾ ਹੈ। ਇਹ ਉਸ ਵਕਤ ਦੀ ਘਟਨਾ ਹੈ ਜਦੋਂ ਗੱਡਿਆਂ ਤੇ ਵਪਾਰ ਹੁੰਦਾ ਸੀ।
ਜਾਂ ਬਲਦਾਂ ਦੇ ਉੱਤੇ ਵਪਾਰ ਹੁੰਦਾ ਸੀ। ਪਹਿਲਾਂ ਗੱਡੇ ਵੀ ਕੋਈ ਨਹੀਂ ਸਨ ਹੁੰਦੇ, ਤੇ ਉਦੋਂ ਕਹਿੰਦੇ ਵੀ ਜੇ ਕੋਈ ਮਨੁੱਖ ਇਸ ਤਰ੍ਹਾਂ ਦਾ ਵਪਾਰੀ ਮੂਰਖ ਹੋਵੇ ਜਿਹੜਾ ਆਪਣੇ ਮਾੜੇ ਜਿਹੇ ਘੋੜੇ ਦੇ ਉੱਤੇ, ਕਮਜ਼ੋਰ ਜਿਹੇ ਬਲਦ ਦੇ ਉੱਤੇ ਛੱਟ ਲੱਦ ਕੇ ਇਕੱਲਾ ਹੀ ਤੁਰ ਪਵੇ, ਮੈਂ 500 ਕਿਲੋਮੀਟਰ ਜਾ ਕੇ ਸਮਾਨ ਛੱਡ ਕੇ ਆਉਣਾ ਤੇ ਵਪਾਰ ਕਰਨਾ ਹੈ, ਉਹ ਕਹਿੰਦੇ ਮੂਰਖ ਹੈ। ਇਕੱਲਾ ਕਿਵੇਂ ਜਾਏਗਾ? ਰਾਹ ਵਿੱਚ ਇਹਨੇ ਇਕੱਲੇ ਦੇ ਬਲਦ ਨੇ ਥੱਕ ਜਾਣਾ, ਰਾਹ ਉੱਚਾ ਨੀਵਾਂ, ਇਹ ਕਿਵੇਂ ਉੱਥੇ ਪਹੁੰਚੇਗਾ? ਸਿਰੇ ਦੇ ਉੱਤੇ ਜਾ ਕੇ ਪਹੁੰਚ ਨਹੀਂ ਸਕਦਾ। ਇਹਨੂੰ ਚਾਹੀਦਾ ਵੀ ਕਾਫਲੇ ਦੇ ਨਾਲ ਤੁਰੇ, ਕਾਫਲੇ ਦੇ ਨਾਲ ਸੰਬੰਧਿਤ ਹੋ ਕੇ ਅੱਗੇ ਜਾਏ। ਜਦੋਂ ਬਹੁਤੇ ਬਲਦਾਂ ਦੀ ਭੀੜ ਵਿੱਚ ਤੁਰੇਗਾ ਫਿਰ ਇਹਦਾ ਹੌਸਲਾ ਵੱਧ ਜਾਏਗਾ, ਦੂਸਰੇ ਇਹਦਾ ਭਾਰ ਵਟਾਉਣਗੇ, ਇਹਨੂੰ ਸਹਾਰਾ ਮਿਲ ਜਾਏਗਾ। ਇਸੇ ਤਰ੍ਹਾਂ ਧਰਮ ਦਾ ਮਾਰਗ ਹੈ। ਧਰਮ ਦੇ ਮਾਰਗ ਤੇ ਜਦੋਂ ਮਨੁੱਖ ਤੁਰੇ, ਇਕੱਲਾ ਨਾ ਤੁਰੇ, ਸੰਗਤ ਦੇ ਰਾਹੀਂ ਤੁਰੇ। ਸੰਗਤ ਕਿਉਂਕਿ ਸਹਾਰਾ ਬਣਦੀ, ਸਹਾਇਤਾ ਕਰਦੀ। ਇਸ ਕਰਕੇ ਰਵਿਦਾਸ ਜੀ ਨੇ ਉਦਾਹਰਨ ਦਿੱਤੀ, ਕਹਿੰਦੇ ਜਤ ਦੇਖੋ ਤਤ ਦੁੱਖ ਕੀ ਰਾਸ਼ੀ, ਜਿੱਧਰ ਵੇਖਣਾ ਉੱਧਰ ਹੀ ਦੁੱਖ ਦੀ ਰਾਸ ਮਨ ਵਿੱਚ ਭਰੀ ਹੋਈ ਹੈ। ਅਜਹੂ ਨਾ ਪਤਿਆਏ ਨਿਗਮ ਪੈ ਸਾਖੀ। ਉਦਾਹਰਨ ਦਿੱਤੀ, ਕਹਿਣ ਲੱਗੇ ਗੌਤਮ ਨਾਰ ਉਮਾਪਤ ਸੁਆਮੀ, ਸੀਸ ਧਰਨ ਸਹਿਸ ਭਗ ਗਾਮੀ। ਕਾਮ ਦੀ ਉਦਾਹਰਨ ਦਿੱਤੀ ਹੈ। ਗੌਤਮ ਨਾਰ, ਗੌਤਮ ਰਿਸ਼ੀ ਹੋਇਆ, ਉਹਦੀ ਇਸਤਰੀ ਸੀ ਅਹਿਲਿਆ, ਔਰ ਇੰਦਰ ਜਿਹੜਾ ਹੈ ਬਾਦਸ਼ਾਹ ਹੈ ਉਹਦੇ ਤੇ ਮੋਹਿਤ ਹੋਇਆ। ਉਹਨੇ ਕੁਕਰਮ ਕੀਤਾ। ਗੌਤਮ ਦੇ ਬਚਨ ਦੇ ਨਾਲ, ਕਿਉਂਕਿ ਮਹਾਂਰਿਸ਼ੀ ਸੀ, ਤਪਸਵੀ ਸੀ, ਉਹਦੇ ਸਰੀਰ ਦੇ ਉੱਤੇ ਹਜ਼ਾਰਾਂ ਚਿੰਨ੍ਹ ਹੋ ਗਏ। ਇੰਦਰ ਦਾ ਸਾਰਾ ਸਰੀਰ ਭਗਾਂ ਨਾਲ ਭਰਿਆ ਗਿਆ। ਬੜੀ ਉਹਨੇ ਸ਼ਰਮ ਮਹਿਸੂਸ ਕੀਤੀ। ਇਹਦੇ ਵਿੱਚ ਰਵਿਦਾਸ ਜੀ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਵੀ ਇਹ ਜਿਹੜੀ ਵਾਸ਼ਨਾ, ਕਿੰਨੇ ਕਿੰਨੇ ਵੱਡੇ ਲੋਕਾਂ ਨੂੰ ਉਹਨੇ ਬੇਸ਼ਰਮ ਕੀਤਾ, ਇਹਦੇ ਤੋਂ ਮੇਰੀ ਰੱਖਿਆ ਕਰ। ਗੌਤਮ ਨਾਰ ਉਮਾਪਤ ਸੁਆਮੀ, ਸੀਸ ਧਰਨ ਸਹਿਸ ਭਗ ਗਾਮੀ। ਸੀਸ ਧਰਨ ਦਾ ਅਰਥ ਹੈ, ਇਹ ਬੜੀ ਲੰਬੀ ਕਹਾਣੀ ਹੈ, ਕਿ ਬ੍ਰਹਮਾ ਦਾ ਸਿਰ ਸ਼ਿਵ ਜੀ ਦੇ ਹੱਥ ਨਾਲ ਚੰਬੜ ਗਿਆ ਸੀ। ਉਹਨੇ ਕੱਟਿਆ ਸੀ, 4 ਸਿਰ ਸਨ ਉਹਦੇ, ਕਿਉਂਕਿ ਬ੍ਰਹਮਾ ਆਪਣੀ ਪੁੱਤਰੀ ਤੇ ਮੋਹਿਤ ਹੋ ਗਿਆ ਸੀ। ਇਹਦੇ ਵਿੱਚ ਘਟਨਾਵਾਂ ਤਾਂ ਦਿੱਤੀਆਂ ਗਈਆਂ ਤਾਂ ਕਿ ਨਕਸ਼ੇ ਸਾਫ਼ ਹੋਣ ਵਾਸ਼ਨਾ ਦੇ। ਹੁਣ ਅਸੀਂ ਕਹਿੰਦੇ ਹਾਂ ਵੀ ਇਹ ਵਿੱਚ ਅਸ਼ਲੀਲ ਘਟਨਾਵਾਂ ਲਿਖੀਆਂ ਨੇ, ਤੇ ਫਿਰ ਇਹਨੂੰ ਵੀ ਅਸ਼ਲੀਲ ਕਹੋਗੇ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੋਇਆ ਸਾਰਾ ਕੁਝ। ਇਹ ਕੱਲੀ ਕੱਲੀ ਕਰਕੇ ਕਹਿਣੀ ਸ਼ੁਰੂ ਕਰ ਦਿਆਂਗੇ ਵੀ ਇਹ ਵੀ ਬਾਣੀ ਗੁਰੂ ਦੀ ਨਹੀਂ, ਅਸ਼ਲੀਲ ਹੈ, ਇਹ ਵੀ ਅਸ਼ਲੀਲ ਹੈ। ਫਿਰ ਤੇ ਆਪਾਂ ਵੀ ਅਸ਼ਲੀਲ ਹੀ ਹਾਂ, ਕਿਉਂਕਿ ਆਪਾਂ ਅਸ਼ਲੀਲਤਾ ਦੇ ਵਿੱਚੋਂ ਹੀ ਪੈਦਾ ਹੋਏ ਨਾ। ਫਿਰ ਤੇ ਸਾਰੇ ਬੰਦਿਆਂ ਨੂੰ ਆਤਮ ਹੱਤਿਆ ਕਰ ਲੈਣੀ ਚਾਹੀਦੀ, ਸਮਝਣਾ ਚਾਹੀਦਾ ਹੈ ਇਹ ਅਸ਼ਲੀਲਤਾ ਨਹੀਂ, ਸੱਚ ਹੈ। ਔਰ ਇਹਨੂੰ ਢੰਗ ਨਾਲ ਗੁਰੂ ਸਾਹਿਬ ਨੇ ਕਿਹਾ। ਤਾਂ ਇਹਦੇ ਵਿੱਚ ਗੌਤਮ ਨਾਰ ਉਮਾਪਤ ਸੁਆਮੀ, ਸੀਸ ਧਰਨ ਸਹਿਸ ਭਗ ਗਾਮੀ, ਇਹ ਸਾਰੀਆਂ ਉਦਾਹਰਨਾਂ ਦੇ ਕੇ ਅਰਦਾਸ ਕੀਤੀ ਕਿ ਇਹਨਾਂ ਜਿਹੜੀ ਵਾਸ਼ਨਾ ਦੀ ਸ਼ਕਤੀ ਹੈ ਇਹ ਬੜੀ ਜ਼ਬਰਦਸਤ ਹੈ, ਇਹਦੇ ਤੋਂ ਮਨੁੱਖ ਆਪ ਨਹੀਂ ਬਚ ਸਕਦਾ। ਗੁਰੂ ਚਰਨਾਂ ਵਿੱਚ ਅਰਦਾਸ ਕਰਨ ਦੀ ਜਾਚ ਸੱਚੇ ਪਾਤਸ਼ਾਹ ਨੇ ਦੱਸੀ ਹੈ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਇਹ ਹੈਡਿੰਗ ਹੈ। ਔਰ ਇਸ ਸਿਰਲੇਖ ਹੇਠ ਇਹ ਬਾਣੀ ਪੰਥ ਨੇ ਪ੍ਰਵਾਨਿਤ ਕੀਤੀ ਹੈ, ਗੁਰੂ ਸਾਹਿਬ ਨੇ ਦਿੱਤੀ ਹੈ। ਇੱਕ ਅਕਾਲ ਪੁਰਖ ਦੀ ਇਹਦੇ ਵਿੱਚ ਗੱਲ ਕੀਤੀ ਕਿ ਉਹਦੇ ਨਾਲ ਜੁੜਨ ਦੇ ਤਰੀਕੇ ਦੱਸੇ ਨੇ। ਪਾਤਸ਼ਾਹੀ ਦਸਵੀਂ ਪਾਤਸ਼ਾਹੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ। ਕਬਿਓ ਬਾਚ ਬੇਨਤੀ, ਕਬਿਓ ਦਾ ਅਰਥ ਹੈ ਕਵੀ, ਵਾਚ ਦਾ ਅਰਥ ਹੈ ਵਾਚਣਾ, ਬੋਲਣਾ, ਬੇਨਤੀ। ਕਵੀ ਬੋਲ ਕੇ ਵਾਚ ਕੇ ਬੇਨਤੀ ਕਰ ਰਿਹਾ। ਕਵੀ ਦਾ ਇੱਥੇ ਅਰਥ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਕਿਉਂਕਿ ਕਵੀ ਸ਼ਬਦ ਕੋਈ ਛੋਟਾ ਨਹੀਂ। ਆਪਾਂ ਕਈ ਵੀ ਇੱਥੇ ਗੁਰੂ ਸਾਹਿਬ ਨੇ ਇਹ ਨਹੀਂ ਲਿਖਿਆ ਵੀ ਮੈਂ ਲਿਖ ਰਿਹਾ, ਆਪਣਾ ਨਾਂ ਕਿਉਂ ਨਹੀਂ ਦਿੱਤਾ। ਕਵੀ ਹੈ, ਸ਼ਾਇਰ ਵੀ ਕਿਹਾ ਗੁਰੂ ਸਾਹਿਬ ਨੇ। ਤੁਸੀਂ ਬਾਣੀ ਵਿੱਚ ਪੜ੍ਹੋਗੇ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾਨਕ ਸ਼ਾਇਰ ਏਵ ਕਹਿਤ ਹੈ, ਸ਼ਾਇਰ ਹੈ।
इत्थे कवि ने क्या है, गुरु गोबिंद सिंह कह रहे ने, मेरे वालों बेनती है। बेनती किहड़े ढंग विच, किहड़ी चाल विच? कहंदे चौपई। चौपई का मतलब चार पैरियां वाला एक, ये कह लो बई एक श्लोक कह लीए, सवैया कह ली, छंद कह ली, इक्को ही गल। उहदे विच चार पंक्तियां आउंदियां। हमरी करो हाथ दै रक्षा। ਇਹਦੇ ਵਿੱਚ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਨੇ ਕਿ हे ਅਕਾਲ ਪੁਰਖ ਸੁਆਮੀ, ਤੁਸੀਂ ਕਿਰਪਾ ਕਰੋ, ਸਾਡੀ ਹੱਥ ਦੇ ਕੇ ਰੱਖਿਆ ਕਰੋ। ਆਪਣਾ ਹੱਥ ਵਿੱਚ ਸਾਡੇ ਜੀਵਨ ਦੇ ਵਿੱਚ ਹੱਥ ਦੇ ਕੇ ਮੇਰੀ ਜਿਹੜੀ ਤੁਸੀਂ ਸਹਾਇਤਾ ਕਰੋ, ਰੱਖਿਆ ਕਰੋ। ਕਿਹਦੇ ਤੋਂ ਰੱਖਿਆ ਕਰੋ? ਅੱਗੇ ਦੱਸਣਗੇ। फिर होर की मंगिया? कहंदे पूरन होए चित्त की इच्छा। मेरे चित्त की इच्छा पूरी कर दिओ, मेरे मन की इच्छा पूरी कर दिओ। किहड़ी किहड़ी इच्छा है वो अगे दसणगे, क्योंकि लड़ीवार है। तुसी कदी भी किसी शब्द नूं एक पंक्ति नूं कला नहीं पढ़ सकते भी पूर्ण होए चित्त की इच्छा, मेरी इच्छा पूरी हो जाए। जी किहड़ी कोई इच्छा है संसार की? कली पंक्ति पढ़ी जाओ, इस तरह नहीं है। वो इच्छा अगे दसी गई है। वो इच्छा केड़ी? कहंदे तब चरणन मन रहे हमारा। मेरी सब तो पहली इच्छा ये है कि मेरा मन जिहड़ा है ये तेरे चरनां दे विच रवे, होर किते जाए ना। वेखो अगे किन्ना कुछ कहणगे, मेरे परिवार की रखिया करो, मेरे सिखां दी करो, पर जिहड़ा आरंभक पहला शंत है, पहली गल जिथों शुरू की, उत्थे सब तो पहला एक गल मंगी कि मेरे ते पहला सब तो ये कृपा कर दिओ भी मेरा मन जिहड़ा है वो तुहाडे चरनां विच रहे। पहली मंग ये है गुरु दे। मंगण तो रोक नहीं, पर गुरु साहब ने कहा भी दूजियां मंगां बाद विच करी अपने गुरु अगे। पहला ये मंग भी मेरा मन तेरे चरनां विच रहे, सब तो पहली मंग है, सब तो पहला विशा है। ये चरनां विच रहण वास्ते अरदास क्यों? आपां कहांगे भी कोई काम औखा, आपां चरनां विच आ ही गए ना। नहीं, मन चरनां विच रवे जीवन का सब तो औखी साधना है। मन चरनां विच नहीं रहिंदा, तन रह सकदा। कदी झाती मार के वेखी मन कित्थे है? मन कित्थे चरनां विच? मन विचों निकल के जांदा है। उहदे वास्ते सहायता दी अरदास कर रहे हैं, मेरे ते सहायता करो, मेरी कृपा करो। इस करके एक तरीका है कि जदों गुरसिख नितनेम करता है जां कोई भी अभ्यास करता है, उहदे तो पहला ये चौपाई साहब का पहला अंक जे पढ़िया जाए तो ये उस सारे नूं कवर करता उस अरदास। ये कोई नवी मर्यादा नहीं मैं कह रहा, बाणी की वरतों की जा सकती है। जिहड़ी चीज़ की सानू जरूरत है उस ढंग नाल जे मन नहीं टिकदा, तकरीबन नहीं टिकदा, तो मन जिहड़ा टिकना बड़ी दूर की गल है, विचों निकल जाता है। उहदे वास्ते सतगुरु कह रहे ने मन नूं टिकाउण वास्ते बेनती कर। आ भाई गोपाले की गल आउंदी, गुरु हरगोबिंद साहब का सिख सी ते महाराज ने कहा भी तू बाणी सुना जपजी साहब दी, तेनू कंठ है? कहन लगा जी कंठ है, मैनू याद है, जुबानी याद है। कहंदे तेरे उच्चारण ठीक है? कहंदे उच्चारण भी मैं संथ्या की ठीक है। गुरु हरगोबिंद साहब कहंदे ने गोपालिया तीजी गल, जिन्ना चिर जपजी साहब पढ़ेगा मन विच रहेगा। इत्थे आके फिर उन्हें कहा भी यतन करांगा, तुसी कृपा करनी, क्योंकि ये काम कला नाल संबंधित नहीं है। कंठ कर सकने आ, उच्चारण भी शुद्ध हो सकता है, पर जिहड़ा मन विच रहना है एक कला नाल सिक्ख्या नहीं जा सकता, है गुरु की कृपा नाल हुंदा है, गुरु की रहमत। इन्हें जदों जपजी साहब सुनाया ना गुरु हरगोबिंद साहब जी नूं, ते मन विच रहा, ते गुरु हरगोबिंद साहब सोचते हैं भी सिख नूं दईए कि बड़ी कमाई वड्डी है, क्योंकि जपजी साहब पढ़ रहा 15 मिनट लग गए होणगे, 20 मिनट जे आराम नाल पढ़े।
तो हुण इनू दियाँ कि इन्हें तो कमाल कर दी है। 10 मिनट 15 मिनट मन टिक जाना छोटी गल थोड़ी है। कभी घड़ी रख के अगे वेखना भी किन्ने सकिंट बाद मन निकलता, एक थां बदलता, थां बदल जाता है, सुरत थां बदलती है। गुरु अर्जन देव जी ने इनू मक्खी कहा सुरत नूं, माखी री तू राम की माखी, एक खिण तू टिकन ना पावै। जिवें मक्खी उड़ के एक थां तो दूजा तीजा चौथा वैसे ही बदली जाती, कोई विचार भी ना हो। तो जे ये मन टिकना शुरू हो जाए तो मनुखी जीवन में इन्नी जबरदस्त शक्ति पैदा हो जाती है, दुनिया में होर किते शक्ति है नहीं। क्योंकि मन सब तो जबरदस्त पावर है जीवन की, मन जिहड़ा है इन्नी शक्ति होर किसी चीज़ में नहीं। वेखो जिहड़ियां जिहड़ियां थावां ते रहे हुणे एक अख झपकण के समय में सारे थावां तो फिर के वापस आ जाओ, किन्नी स्पीड इहदी। फिर इहनूं कहांगे आपां आप हत्थ विच लै लेना, नहीं आ सकदा। जबरदस्त शक्ति, बड़ी ताकत है। जदों गोपाला अखीर ते गया तो सलोक पढ़न लगा तो गुरु हरगोबिंद साहिब जी तख्त तो उठन लगे, कोल बैठे सन। जिहड़ा गुरता गद्दी दा तख्त सी ना, उठन लगे तो गोपाला पढ़ रहा सी सलोक, पवन गुरु पानी पिता। हुण तक मन विच सी, पर जदों गुरु साहब तख्त तो उठे ना, मन बाणी विचों निकल के गुरु हरगोबिंद साहब दे इस उठते हुए शरीर एक्शन वाल चला गया भी गुरु साहब उठन लगे ने, ध्यान बाणी विचों बाहर निकल गया। इन्ना सूक्ष्म है। गुरु साहब उत्थे ही बैठ गए, उठे नहीं। इन्हें श्लोक की समाप्ति की, नानक ते मुख उजले केती छुट्टी नाल। ते गुरु साहब ने गलवकड़ी विच लिया तो एक शब्द कहा सी, गोपालिया अज तू सिरे ते आके तेरा मन बाणी विचों निकल गया है, तेरी कमाई बहुत वड्डी है। महाराज किवें? कहंदे अखीर ते तू सोचिया है भी गुरु साहब ते उठ के चले ने, इनाम ते दे जांदे घोड़ा, मन निकल गया तेरा। कहंदे मैं चला नहीं सी, मैं तां तख्त उठ के खाली करन लगा सी भी ये तख्त ही अज गोपाले नूं दे देना, इनू गुरु बना देना अज। पर मन निकल गया विच, मन नहीं रहिंदा विच। इसलिए कहंदे तब चरणन मन रहे हमारा, अपना जान करो प्रतिपारा। मैनू अपना समझ के मेरी पालना करो। सब तो पहली मंग एक पहले शंत विच गुरु साहब ने कीती। अगे हुण आपां इहदे अखरी अर्थ शुरू करांगे, क्योंकि इस बाणी के आरंभ विच ये 2 दिन कहना जरूरी सी, विशेष भुलेखे कढ़न वास्ते। सो अगली जिहड़ी वार्ता है कल आपां यतन करांगे। इन्नियां बेनतियां प्रवान, होइयां भुलां चुकां दी खिमा। वाहिगुरू जी का खालसा, वाहिगुरू जी की फतेह। राम कली